बिस्मिल्लाहिर्रहमानिर्रहीम अस्सलाम वालेकुम दोस्तों, की हाल चाल जे ठीक ठाक हो। बेमौसमियां बारिशां शुरू ने बाहर इन्ना बारिशां होने दी है, तुसीं देख सकते हो बाहर। ठीक है जी, सारी बारिशां होने दी है ते अल्लाह खैर करे जनाब। मौसमी बारिश दी होर चास है ते बेमौसमी बारिश की जनाब गल्लां ही नहीं, क्योंकि फसल सारी दी सारी बाहर आ। उतो फसल का रेट भी कोई नहीं हैगा। ठीक है जी, उतो रेट भी हैनी ते उत्ते रब दी जात भी नाराज है ते साडे अमलों की वजह तो ही है। अल्लाह बेहतर करे, अल्लाह खैर करे, अल्लाह सब ते रहम करे अपना। ते दोस्तों भाई बग्गे दे कोल असीं मौजूद हैं। भाई बग्गा जी एक सवाल हैगा जे, सब तो पहले ओहदा जवाब देना बहुत जरूरी है क्योंकि भाई उन्होंने माल पाए दा। ठीक है जी, अपने डोगर साहब ने उन्होंने कहा कि जनाब ਜਿਹੜਾ ਤੁਸੀਂ 1000 ਚੂਜ਼ਾ ਪਾਇਆ ਸੀ ਨਾ ਅਸੀਂ ਜਨਵਰੀ ਦੇ ਵਿੱਚ 22 ਜਨਵਰੀ ਨੂੰ ਅਸੀਂ ਪਾਇਆ ਸੀ ਤੇ ਜਨਾਬ 1000 ਪੂਰਾ ਫਲਾ ਕੀਤਾ ਸੀ। ਉਹਦੇ ਵਿੱਚ ਦੱਸੋ ਕਿ ਵੈਕਸੀਨਾਂ ਜਿਹੜੀਆਂ ਅਸੀਂ ਕੀਤੀਆਂ ਨੇ ਉਹ ਕਿੰਨੀਆਂ ਕੀਤੀਆਂ ਨੇ, ਕਿਸ ਕਿਸ ਵਕਫੇ ਤੇ ਕੀਤੀਆਂ ਨੇ। ਠੀਕ ਹੈ, ਤੇ ਅੱਜ ਜਿਹੜੀ ਅਸੀਂ ਕੀਤੀਆਂ ਨੇ ਕਿੰਨੀਆਂ ਕੀਤੀਆਂ ਵੈਕਸੀਨਾਂ ਟੋਟਲ ਅਸਾਂ ਔਰ ਕਿਸ ਕਿਸ ਵਕਫੇ ਤੇ ਕੀਤੀਆਂ ਨੇ ਔਰ ਟੋਟਲ ਕਿੰਨੇ ਉਹਨਾਂ ਦੀ ਕਿੰਨੀ ਅਮਾਉਂਟ ਬਣੀ ਹੈ। ਪਹਿਲੇ ਵੈਕਸੀਨ ਅਸੀਂ ਕੀਤੀ 5 ਦਿਨ ਤੋਂ ਬਾਅਦ ਐਨਡੀਆਈ ਦੀ। ਪਹਿਲੀ ਵੈਕਸੀਨ ਭਾਈ ਜੀ ਅਸੀਂ ਕੀਤੀ ਸੀ ਨਾ 6ਵੇਂ ਦਿਨ ਐਨਡੀਆਈ ਵੀ। ਫਿਰ 11ਵੇਂ ਦਿਨ ਅਸੀਂ ਗਮੋਰੋ ਕਰਾਈ ਸੀ ਜੀ ਉਹ ਦੋਸਤੋ, ਫਿਰ ਅਸੀਂ 11ਵੇਂ ਦਿਨ ਕੀਤੀ ਸੀ ਗਮੋਰੋ। ਅੱਗੇ 18ਵੇਂ ਦਿਨ ਲਸੋਟਾ ਕਰਾਇਆ ਸੀ। ਫਿਰ ਭਾਈ ਜੀ ਅਸੀਂ ਕੀਤਾ ਸੀ 18ਵੇਂ ਦਿਨ ਲਸੋਟਾ। ਫਿਰ 20 ਦਿਨਾਂ ਤੋਂ ਬਾਅਦ ਅਸੀਂ ਕਰਾਈ ਕੈਫਕੋਰ। ਫਿਰ ਭਾਈ ਜੀ 20ਵੇਂ ਦਿਨ ਸਾਡੇ ਚੂਜ਼ੇ ਨੂੰ ਸਾਂਸ ਦਾ ਮਸਲਾ ਹੈ ਨਹੀਂ ਸੀ, ਲੇਕਿਨ ਫਿਰ ਵੀ ਸਾਡੇ ਕੋਲ ਭਾਈ ਉਹਨਾਂ ਨੇ ਕਰਵਾਈ ਸੀ ਕੈਫਕਿਓਰ ਸਾਂਸ ਵਾਸਤੇ, ਕਿਉਂਕਿ ਕਹਿੰਦੇ ਨੇ ਕਿ ਨਾ 18ਵੇਂ 19ਵੇਂ ਦਿਨ 20ਵੇਂ ਦਿਨ ਤੋਂ ਜਿਹੜੀ ਇਹ ਬਿਮਾਰੀ ਹੈ ਨਾ ਉੱਠਣੀ ਸ਼ੁਰੂ ਹੋ ਜਾਂਦੀ ਆ, ਔਰ ਅਗਰ ਹੋਵੇ ਜਾਂ ਨਾ ਹੋਵੇ ਲੇਕਿਨ ਇਹ ਚੂਜ਼ੇ ਨੂੰ ਇੱਕ ਕੈਫਕਿਓਰ ਜਿਹੜੀ ਹੈ ਨਾ ਇਹ ਇੱਕ ਲਾਜ਼ਮੀ ਹੈਗੀ ਆ। ਠੀਕ ਹੈ, ਇਸ ਵਾਸਤੇ ਕਿ ਕਿਸੇ ਟਾਈਮ ਵੀ ਮਸਲਾ ਬਣ ਸਕਦਾ ਆ, ਬਿਹਤਰ ਹੈ ਕਿ ਉਸ ਤੋਂ ਪਹਿਲੇ ਤੁਸੀਂ ਕਰ ਲਓ। ਅੱਛਾ ਜੀ, ਹੋਰ ਤੇ 32ਵੇਂ ਦਿਨ ਦਾ ਫਿਰ ਲਸੋਟਾ ਕਰਾਇਆ ਸੀ ਭਾਈ। 32ਵੇਂ ਦਿਨ ਭਾਈ ਜਾ ਕੇ ਫਿਰ ਅਸੀਂ ਲਸੋਟਾ ਕੀਤੀ ਸੀ। ਠੀਕ ਹੈ, ਤੇ ਭਾਈ ਜੀ ਗੱਲ ਇਸ ਤਰ੍ਹਾਂ ਕਿ ਹਰ ਅਸੀਂ ਵੀਡੀਓ ਬਣਾਈ ਹੈ, ਦੁਬਾਰਾ ਵੀਡੀਓ ਇਸ ਵਾਸਤੇ ਬਣਾਉਣ ਦੇ ਕਿ ਤੁਹਾਡਾ ਸਵਾਲ ਸੀ, ਤੁਹਾਡਾ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਸੀ। ਇਸ ਵਾਸਤੇ ਕਿ ਅਸੀਂ ਹਰ ਵੀਡੀਓ ਦੇ ਵਿੱਚ ਦੱਸਦੇ ਆਏ ਹਾਂ, ਹਰ ਇੱਕ ਦਿਨ ਦੀ ਅਸੀਂ ਪੂਰਾ ਫਲਾਗ ਤੁਹਾਨੂੰ ਦੱਸਿਆ ਦਾ ਇੱਕ ਦਿਨ ਦਾ, ਲੇਕਿਨ ਕਈ ਦੋਸਤਾਂ ਨਹੀਂ ਵੇਖਿਆ ਹੋਏਗਾ। ਇਸ ਵਲੌਗ ਦੇ ਵਿੱਚ ਜਨਾਬ ਅਸੀਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇ ਦਿੰਦੇ ਹਾਂ ਕਿ ਭਾਈ ਜੀ ਸਭ ਤੋਂ ਪਹਿਲੇ ਕਰਨੀ ਪੈਂਦੀ ਹੈ ਜਨਾਬ 5ਵੇਂ ਦਿਨ 6ਵੇਂ ਦਿਨ NDIB। ਉਹ ਭਾਵੇਂ ਚੂਜ਼ਾ ਤੁਹਾਡਾ 1000 ਹੋਵੇ, ਭਾਵੇਂ ਚੂਜ਼ਾ ਤੁਹਾਡਾ 500 ਹੋਵੇ, ਕਰਨੇ ਉਹ 1000 ਵਾਲੀ ਚਾਹੀਦੀ ਆ। ਇਸ ਤਰ੍ਹਾਂ ਹੀ ਨਾ 1000 ਵਾਲੀ ਹੀ ਕਰਨੀ ਚਾਹੀਦੀ ਆ। ਦੂਸਰਾ ਅਸੀਂ ਵੈਕਸੀਨ ਕੀਤੀ ਸੀ ਸਰਕਾਰ ਗਮੋਰੋ ਅਸੀਂ ਕੀਤੀ ਸੀ 10ਵੇਂ 11ਵੇਂ ਦਿਨ। ਉਸ ਤੋਂ ਬਾਅਦ ਜਨਾਬ ਕੀਤੀ ਸੀ ਲਸੋਟਾ, ਉਹ 18ਵੇਂ 19ਵੇਂ ਦਿਨ ਜਾ ਕੀਤੀ। ਫਿਰ ਉਸ ਤੋਂ ਬਾਅਦ ਲਸੋਟਾ ਕੀਤੀ 32ਵੇਂ ਦਿਨ, ਕਿਉਂਕਿ ਇਹ 4 ਵੈਕਸੀਨਾਂ ਕੀਤੀਆਂ ਸੀ ਅਸੀਂ ਟੋਟਲ। 3 ਵੈਕਸੀਨਾਂ ਹੈਗੀਆਂ ਨੇ NDIB, ਗਮੋਰੋ ਤੇ ਲਸੋਟਾ। ਹੁਣ ਤੇ ਡਾਕਟਰ ਵੀ ਕਹਿਣ ਲੱਗ ਪਏ ਨੇ ਕਿ ਗਮੋਰੋ ਜਿਹੜੀ ਹੈ ਨਾ ਉਹ 2 ਵਾਰੀ ਕਰ ਲਓ ਤੁਸੀਂ, ਇਸ ਵਾਸਤੇ ਗਰਦੋਗਬਾਰ ਜਿਹੜਾ ਉੱਠਦਾ ਪਿਆ ਨਾ ਇਹਦੀ ਵਜ੍ਹਾ ਤੋਂ। ਨਾਲੇ ਉਹਨਾਂ ਦਾ ਜਿਹੜਾ ਨਹੀਂ ਵੈਕਸੀਨ ਪਿਛਲੀ ਵਾਰੀ ਗਮੋਰੋ ਕਰਾਈ ਸੀ ਤਾਂ ਉਹ ਵੀ ਪੀ ਲਏ, ਉਹ ਵੀ ਪੀ ਲਏ ਇਸ ਵਾਸਤੇ। ਠੀਕ ਹੈ ਭਾਈ ਜੀ, ਗੱਲ ਇਸ ਤਰ੍ਹਾਂ ਕਿ ਪਹਿਲੀ ਸਾਡੀ ਜਿਹੜੀ ਵੈਕਸੀਨ ਭਾਈ ਜੀ ਆਈ ਸੀ, ਕਿੰਨੇ ਦੀ ਆਈ ਸੀ NDIB? 800 ਰੁਪਏ ਦੀ 800 ਰੁਪਏ ਦੀ ਆਈ ਸੀ। ਫਿਰ ਦੂਸਰੀ ਲਸੋਟਾ ਗਮੋਰੋ ਵੀ ਜਿਹੜੀ ਆ 800 ਰੁਪਏ ਦੀ ਆਈ ਸੀ। ਗਮੋਰੋ ਵੀ 800 ਦੀ ਆਈ ਤੇ ਲਸੋਟਾ ਵੀ ਹੁਣ 1000 ਰੁਪਏ ਦਾ ਕਰ ਦਿੱਤਾ ਵਾ। ਲਸੋਟਾ ਵੀ ਸਾਨੂੰ 800 ਦੀ ਮਿਲੀ, ਲੇਕਿਨ ਹੁਣ 1000 ਰੁਪਏ ਦੀ ਭਾਈ ਹੁਣੀ ਕਹਿੰਦੇ ਨੇ। 1000 ਰੁਪਏ ਯਾਨੀ ਕਿ 3 ਵੈਕਸੀਨ ਅਸੀਂ ਕੀਤੀਆਂ 800 ਰੁਪਏ ਦੀਆਂ ਤੇ ਚੌਥੀ ਵੀ ਅਸੀਂ ਕੀਤੀ 800 ਰੁਪਏ ਦੀ। 8 ਚੁੱਕ 3200 ਰੁਪਏ ਦੀਆਂ ਭਾਈ ਜਾਨ ਸਾਡੀ ਵੈਕਸੀਨ ਹੋਈਆਂ ਸੀ 3200 ਰੁਪਏ ਦੀਆਂ। 1000 ਰੁਪਏ ਦੀ ਕੈਫਕੋਰ 1000 ਰੁਪਏ ਦੀ ਕੈਫਕਿਓਰ ਲਿਆਂਦੀ, ਯਾਨੀ ਕਿ 32 ਤੇ 1000 4200 ਰੁਪਇਆ ਲੱਗਾ ਭਾਈ ਜੀ। 4200 ਰੁਪਏ ਦੇ ਵਿੱਚ ਜਨਾਬ ਸਾਰੀਆਂ ਹਿਫਾਜ਼ਤ ਹੋ ਜਾਂਦੀ ਹੈ, ਪੂਰੀ ਹਿਫਾਜ਼ਤ ਹੋ ਜਾਂਦੀ ਹੈ। ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਵਿੱਚ ਕੋਈ ਸੀਰਪ ਵਗੈਰਾ ਵੀ ਅਸੀਂ ਇਸਤੇਮਾਲ ਕੀਤੇ ਨੇ, ਉਹ ਵੀ ਦੱਸ ਦਿਓ ਕਿਹੜੇ ਕੀਤੇ ਸੀ। ਸਿਰਫ ਅਸੀਂ ਜੋ ਵਿੱਚ ਪਕੜੀ ਕਰਦੇ ਬਰੂਫ ਹੁਣ ਤੇ ਫਲੈਜਰ ਪਾਉਂਦੇ ਹੁੰਦੇ ਆ। ਠੀਕ ਹੈ, ਤੇ ਇਹ ਥੋੜਾ ਦੂਜਾ ਪਾਰਟੀ ਲੈ ਕਰ ਜਾਏਗਾ ਸਮਝ ਫਿਰ ਅਸੀਂ ਉਹਨੂੰ ਵਿੱਚ ਜਿਹੜੀ ਹੈ ਨਾ ਸੈਫੀ ਡਾਊਨ ਉਹਦੀ ਲਾਜ਼ਮੀ ਪਾ ਲੈਣੀ ਹੈ ਸਿਰਫ। ਠੀਕ ਹੈ, ਸੈਫੀ ਡਾਊਨ ਤੇ ਕੈਫਟੋਰ ਉਹਨੂੰ ਚਾਹੀਦੀ ਸੈਫੀ ਡਾਊਨ ਤੇ ਫਲੈਜਲ ਤੇ ਬਰੂਫਨ ਤੇ ਇਥਰੋਬਾਈਸਿਨ ਵੀ ਪਾਈ ਅਗਰ ਵੀ ਜ਼ਿਆਦਾ ਮਸਲਾ ਹੈ ਤੇ ਪਾ ਲਈਏ ਆਵਾਜ਼ ਚੀਜ਼ਾਂ ਕੱਢੇ ਤੇ। ਠੀਕ ਹੈ, ਤੇ ਹੈਡੋਰੀਨ ਜਿਹੜਾ ਸ਼ਰਬਤ ਦਾ ਖਾਂਸੀ ਵਾਲਾ ਹੁੰਦਾ ਉਹ ਵੀ ਲਾਜ਼ਮੀ ਵਿੱਚ ਲਾ ਲਿਆ ਕਰੋ ਕਦੀ। ਠੀਕ ਹੈ, ਹੈਡਰੀਨ ਜਾਂ ਸ਼ਰਬਤ ਦਾ ਵੈਸੇ ਵੀ ਹਫਤੇ ਬਾਅਦ ਨਾ ਕੋਈ 2-3 ਦਿਨ ਲਗਾਤਾਰ ਚਲਾ ਲਿਆ ਕਰੋ। ਹਾਂਜੀ, ਹਫਤੇ ਦਿਨ ਬਾਅਦ 15 ਦਿਨਾਂ ਬਾਅਦ। ਠੀਕ ਹੈ ਭਾਈ ਜੀ, ਗੱਲ ਇਸ ਤਰ੍ਹਾਂ ਹੈ ਕਿ ਭਾਈ ਜੀ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੈ ਵੈਕਸੀਨਾਂ ਵਗੈਰਾ। ਠੀਕ ਹੈ, ਕੋਈ ਮਹਿੰਗੀਆਂ ਨਹੀਂ ਹੈਗੇ ਇਸ ਵਾਸਤੇ ਕਿ ਭਾਈ ਜਾਨ ਇਹਨਾਂ ਨੂੰ ਕਰਨਾ ਬਹੁਤ ਜ਼ਰੂਰੀ ਆ। ਔਰ ਜ਼ਿਆਦਾ ਤੋਂ ਜ਼ਿਆਦਾ ਬੜੀ ਵੀ ਸਾਡੀ ਤੁਹਾਨੂੰ ਅਸੀਂ ਮੈਡੀਸਨ ਦੱਸੀ ਸੀ ਨਾ, ਅਸੀਂ ਸਾਡੀ 10000 ਰੁਪਏ ਦੀ ਮੈਡੀਸਨ ਲੱਗੀ ਸੀ ਉਸ ਪੂਰੇ ਫਲਾਗ ਦੇ ਵਿੱਚ, 1000 ਫਲਾਗ ਦੇ ਵਿੱਚ। ਠੀਕ ਹੈ ਭਾਈ ਜਾਨ, ਇਸ ਤਰੀਕੇ ਨਾਲ ਤੁਸੀਂ ਅਗਰ ਚਲੋਗੇ ਤੇ ਅੱਲਾ ਖੈਰ ਕਰੇ ਤੁਹਾਡਾ ਚੂਜ਼ਾ ਤੰਦਰੁਸਤ ਰਹੇਗਾ, ਬਿਮਾਰ ਨਹੀਂ ਹੋਏਗਾ। ਟਾਈਮ ਨਾਲ ਤੁਸੀਂ ਵੈਕਸੀਨਾਂ ਕਰਦੇ ਜਾਓਗੇ ਨਾ ਤੇ ਇਹਨੂੰ ਮਸਲਾ ਨਹੀਂ ਬਣੇਗਾ। ਔਰ ਖੁਰਾਕ ਦਾ ਟਾਈਮ ਟੇਬਲ ਤੁਸੀਂ ਰੱਖਣਾ, ਜੇ ਖੁਰਾਕ ਬੇਤਰਤੀਬੀ ਨਹੀਂ ਪਾਣੀ ਹੈਗੀ। ਠੀਕ ਹੈ, ਪਹਿਲੇ 10 ਦਿਨ ਤੁਸੀਂ ਜਿਸ ਤਰੀਕੇ ਨਾਲ ਮਰਜ਼ੀ ਪਾਓ, ਉਸ ਤੋਂ ਬਾਅਦ ਟਾਈਮ ਟੇਬਲ ਸ਼ੁਰੂ ਹੋਣਾ ਚਾਹੀਦਾ ਖੁਰਾਕ ਦੇ ਵਿੱਚ। ਚੂਜ਼ਾ ਪਾਉਣ ਤੋਂ ਪਹਿਲੇ ਤੁਸੀਂ ਆਪਣੇ ਕੋਲ ਲਿਆ ਕੇ ਰੱਖੋ। ਇਹਨਾਂ ਦੀ ਐਕਸਪਾਇਰੀ ਡੇਟ ਬਹੁਤ ਲੰਮੀ ਹੁੰਦੀ ਹੈ, ਟੈਨਸ਼ਨ ਨਹੀਂ ਲੈਣੀ ਇਸ ਚੀਜ਼ ਦੀ। ਚੂਜ਼ਾ ਪਾਉਣ ਤੋਂ ਪਹਿਲੇ ਤੁਸੀਂ ਇਹ 3-4 ਚੀਜ਼ਾਂ ਜਿਹੜੀਆਂ ਲਿਆ ਕੇ ਰੱਖ ਛੜੋ, ਇਸ ਵਾਸਤੇ ਕਿ ਇਹ ਬਹੁਤ ਜ਼ਰੂਰੀ ਨੇ, ਇਹ ਹਰ ਹਾਲ ਦੇ ਵਿੱਚ ਇਸਤੇਮਾਲ ਕਰਨੀਆਂ ਚਾਹੀਦੀਆਂ ਨੇ। ਅੱਛਾ ਭਾਈ ਬੱਗਾ ਜੀ,
ਹੁਣ ਤੇ ਬਾਰਿਸ਼ਾਂ ਹੋ ਗਈਆਂ ਨੇ, 2 ਬਾਰਿਸ਼ਾਂ ਹੋ ਗਈਆਂ ਅੱਲਾ ਖੈਰ ਕਰੇ, ਤੇ ਗਰਦੋ ਗੁਬਾਰ ਜਿਹੜਾ ਉਹ ਬਹਿ ਪੂ ਗਿਆ ਵਾ, ਤੇ ਹੁਣ ਇਹਦੇ ਵਿੱਚ ਕੋਈ ਇhtiyat ਹੈ ਸਾਡੇ ਵਾਸਤੇ ਜਾਂ ਸਾਡੇ ਦੋਸਤਾਂ ਵਾਸਤੇ? ਨਹੀਂ, ਇਹਦੇ ਵਾਸਤੇ ਇhtiyat ਹੈ ਵਾ ਕਿ ਜੇ ਛਾਪਰ ਰੱਖਣਾ ਉਹ ਥੋੜਾ ਕਿ ਲਾਜ਼ਮੀ ਲਾਓ। ਛਾਪਰ ਤੋਂ ਇਲਾਵਾ ਜਿਹੜਾ ਨਾ ਹੁਣ ਦੇਖੋ ਜਦੋਂ ਬਾਰਿਸ਼ ਗਰਮੀਆਂ ਦੀ ਪੈਂਦੀ ਹੈ ਨਾ, ਅੱਛਾ ਗਰਮੀਆਂ ਦੀ ਬਾਰਿਸ਼ ਪੈ ਗਈ ਤਾਂ ਹਵਾ ਚੱਲਦੀ ਹੈ ਨਾ, ਠੀਕ ਹੈ, ਤੇ ਉਹ ਫਿਰ ਜਿਹੜਾ ਨਾ ਉਹ ਬਿਲਕੁਲ ਹੀਟ ਅੰਦਰੋਂ ਖਤਮ ਹੋ ਜਾਂਦੀ ਆ, ਤੇ ਅਗਰ ਹੀਟ ਚ ਮਾਰੇਗਾ ਤਾਂ ਮਾਲ ਸਹੀ ਰਹੇਗਾ ਗਰਮੀ ਚ। ਠੀਕ ਹੈ, ਅਗਰ ਅਸੀਂ ਇਹ ਨਹੀਂ ਕਹਿੰਦੇ ਕਿ ਸਰਦੀ ਆ ਤਾਂ ਸਰਦੀ ਚ ਹੀਟ ਚ ਰੱਖਣਾ ਜ਼ਰੂਰੀ ਆ, ਨਹੀਂ ਗਰਮੀ ਦੇ ਵਿੱਚ ਵੀ ਰੱਖਣਾ ਹੀਟ ਵਿੱਚ ਬਹੁਤ ਜ਼ਰੂਰੀ ਆ। ਠੀਕ ਹੈ, ਤੇ ਇਸ ਵਾਸਤੇ ਕਿ ਤੁਸੀਂ ਲਿਹਾਜ਼ਾ ਇਸ ਤਰ੍ਹਾਂ ਕਰੋ ਕਿ ਜਿਹੜਾ ਨੂੰ ਪਰਦੇ ਆਟਾ ਘੁੱਟ ਦੇਵੋ, ਅੱਛਾ, ਸਿਰਫ ਇਹੋ ਜਿਹੇ ਮੌਸਮ ਦੇ ਵਿੱਚ ਫੁੱਟ ਪਰਦਾ ਨੀਵਾਂ ਰੱਖੋ, ਠੀਕ ਹੈ, ਤਾਂ ਉਹਦਾ ਟੈਂਪਰੇਚਰ ਵੇਖੋ ਅੰਦਰ ਕਿ ਟੈਂਪਰੇਚਰ 25-26 ਹੈ ਵਾ, ਠੀਕ ਹੈ, ਅਗਰ 25-26-27 ਹੈ ਤੇ ਫਿਰ ਬਿਲਕੁਲ ਸਹੀ ਆ, ਪਰਦਾ ਉਨਾ ਚ ਰੱਖੋ। ਠੀਕ ਹੈ, ਅਗਰ ਘੱਟ ਹੈ ਤਾਂ ਪਰਦਾ ਤਾਂ ਕਰ ਦਿਓ। ਠੀਕ ਹੈ। ਇਹ ਦੇਖੋ ਜਦੋਂ ਅੰਦਰ ਹੀ ਵੜਨਾ ਫਾਰਮ ਦਾ ਅੱਖਾਂ ਨੂੰ ਸਾਨੂੰ ਪੈਂਦੀ ਆ ਹੀਟ ਹੀਟ ਪੈਂਦੀ ਅੱਖਾਂ ਜਦੋਂ ਪੈਂਦੀ ਆ, ਠੀਕ ਹੈ, ਸਮਝ ਪਈ ਜ਼ਰੂਰ ਜਿਹਨੂੰ ਸਮਝੋ ਕਿ ਸਾਡੀ ਹੀਟ ਬਿਲਕੁਲ ਥੱਲੇ ਬਹਿ ਕੇ ਵੇਖੋ ਫਿਰ ਕੁਝ ਵੀ ਨਹੀਂ ਹੋਏਗਾ। ਠੀਕ ਹੈ, ਜੇ ਚੂਚਾ ਹੁੰਦਾ ਜ਼ਮੀਨ ਤੇ ਟੈਂਪਰੇਚਰ ਹੀਟ ਜ਼ਿਆਦਾ ਅੱਖਾਂ ਦੇ ਤਾਂ ਭਰੂਣ ਪੈਂਦੀ ਆ, ਅੱਛਾ, ਤੇ ਤੁਸੀਂ ਉਹਦੇ ਨਾਲ ਉਹਦੇ ਭਰੂਣ ਪਵੇਗੀ ਤਾਂ ਸਮਝੋ ਤੁਹਾਡਾ ਫਾਰਮ ਬਿਲਕੁਲ ਸਹੀ ਜਾ ਰਿਹਾ। ਠੀਕ ਹੈ, ਉਹਦੇ ਅੰਦਰੋਂ ਹੀਟ ਨਹੀਂ ਖਤਮ ਕਰਨੀ, ਗਰਮੀ ਹੋਏ ਜਾਂ ਸਰਦੀ ਹੋਏ। ਯਾਨੀ ਕਿ 24 ਹੀਟ ਜ਼ਰੂਰੀ ਆ, 24 ਹੀਟ, ਹਾਂ 25-26 25-26 ਹੀਟ ਜ਼ਰੂਰੀ ਆ, ਭਾਵੇਂ ਗਰਮੀ ਆ ਤੇ ਭਾਵੇਂ ਸਰਦੀ ਆ। ਵੱਡੇ ਮਾਲ ਵਾਸਤੇ ਨਾ 25-26 25-26 ਜ਼ਰੂਰੀ ਆ, ਛੋਟੇ ਵਾਸਤੇ 28-29 28-29 ਹੋਣੀ, ਲੇਕਿਨ ਚਲੋ ਇੱਥੇ 27-26 ਚੱਲ ਜੇਗੀ, ਚੱਲ ਜੇਗੀ, ਗਰਮੀਆਂ ਦੇ ਵਿੱਚ ਚੱਲ ਜਾਂਦੀ ਆ। ਠੀਕ ਆ, ਇਸ ਵਾਸਤੇ ਕਿ ਇਸ ਤੋਂ ਘੱਟ ਹੀਟ ਨਹੀਂ ਕਰਨੀ। ਅਸੀਂ ਪਤਾ ਕਹਿੰਦੇ ਕਿ ਯਾਰ ਬਾਹਰ ਇੰਨੀ ਗਰਮੀ ਹੈ ਤੇ ਅੰਦਰ ਪਰਦੇ ਠਾਂ ਕਰ ਦੋ, ਨਹੀਂ ਇਹ ਕੰਮ ਨਹੀਂ ਕਰਨਾ। ਹੀਟ ਜਿੰਨੀ ਹੀਟ ਵਿੱਚ ਰੱਖਣਾ ਚਾਹੀਦਾ, ਜਿੰਨੀ ਰੱਖਣਾ। ਹੀਟ ਤੁਹਾਡੀ ਮਤਲਬ ਕਿ 24-25 ਤੇ ਠੀਕ ਆ, ਅਗਰ ਵੱਧ ਜਾਂਦੀ ਹੈ ਤਾਂ ਤੁਸੀਂ ਪਰਦੇ ਡਾਊਨ ਕਰ ਦਿਓ, ਅਗਰ ਘਟ ਜਾਂਦੀ ਆ ਇੰਨੀ ਰਹਿੰਦੀ ਤਾਂ ਤੁਸੀਂ ਪਰਦਾ ਲਾ ਦਿਓ। ਜਦੋਂ ਦੋਸਤੋ ਮੋਬਾਈਲ ਜਿਹੜਾ ਭਾਈ ਬੱਗੇ ਦੇ ਹੱਥ 'ਚ ਜੀ, ਮੈਂ ਕਿਹਾ ਇਹਨੂੰ ਨਾਲ ਟ੍ਰੇਨ ਕਰੀਏ, ਠੀਕ ਹੈ ਜੀ, ਇਹਨੂੰ ਵੀ ਯਾਦ ਦੱਸੀਏ, ਮੋਬਾਈਲ ਵੀ ਲੈ ਕੇ ਦੇਣਾ ਇਹਨਾਂ ਨੂੰ। ਭਾਈ ਬੱਗਾ ਜੀ ਤੁਹਾਨੂੰ ਪਤਾ ਹੀ ਹੈ ਕਿ ਸਭ ਤੋਂ ਔਖਾ ਕੰਮ ਜਿਹੜਾ ਇਸ ਟਾਈਮ ਅਸੀਂ ਨੋਟ ਕੀਤਾ ਨਾ, ਦੇਖੋ ਪਹਿਲੇ ਤੁਹਾਡੇ ਕੋਲ ਅਸੀਂ ਪੂਰਾ ਕੋਈ 4 ਮਹੀਨੇ ਆਏ ਆ, ਤੁਸੀਂ ਮਾਲ ਆਪਣਾ ਇੱਕ ਫਲਾਕ ਵੇਚਿਆ 1000 ਚ ਦਾ, ਜਦੋਂ ਤੁਸੀਂ ਵੇਚਿਆ ਸੀ ਅੱਧਾ ਕਿਲੋ ਵਾਲਾ ਲਿਆ ਕੇ ਤੇ 40 ਦਿਨਾਂ 'ਚ ਮੁਕੰਮਲ ਕੀਤਾ ਸੀ। ਉਹਨੂੰ ਤੁਸੀਂ ਜਦੋਂ ਵੇਚਿਆ ਨਾ, ਅਸੀਂ ਸਮਝਦੇ ਕਿ ਬਹੁਤ ਆਸਾਨ ਕੰਮ ਹੈਗਾ, ਠੀਕ ਹੈ ਨਾ। ਦੇਖੋ ਗੱਲ ਇਸ ਤਰ੍ਹਾਂ ਕਿ ਅਸੀਂ ਆਪਣੇ ਦੋਸਤਾਂ ਨਾਲ ਝੂਠ ਨਹੀਂ ਬੋਲਣਾ ਚਾਹੁੰਦੇ, ਅਸੀਂ ਕਿਸੇ ਨੂੰ ਫਰਾਡ ਕਰਕੇ ਜਾਂ ਆਪਣੀ ਪਬਲਿਸਿਟੀ ਵਾਸਤੇ ਜਾਂ ਆਪਣੇ ਚੈਨਲ ਨੂੰ ਦੀ ਗਰੋ ਵਾਸਤੇ ਕਿਸੇ ਨੂੰ ਕਹੀਏ ਕਿ ਆਓ ਜੀ ਫਟਾਫਟ ਆਓ ਜੀ ਇਹ ਕੰਮ ਦੇ ਵਿੱਚ ਜੇ ਹੈ ਉਹ, ਅਸੀਂ ਸਾਰੇ ਤੁਹਾਡੇ ਨਾਲ ਹਰ ਪਰਦਾ ਖੋਲਣ ਦੀ ਕੋਸ਼ਿਸ਼ ਕਰਨੇ ਪਿਆ, ਤੁਹਾਨੂੰ ਹਰ ਗੱਲ ਦੱਸਣ ਦੀ ਕੋਸ਼ਿਸ਼ ਕਰਨੇ ਪਿਆ, ਤਾਂ ਕਿ ਤੁਹਾਨੂੰ ਕਿਸੇ ਕਿਸਮ ਦਾ ਕੋਈ ਸ਼ੱਕੋ ਸ਼ੁਬਾ ਨਾ ਰਹੇ ਤੁਹਾਡਾ, ਤੁਸੀਂ ਸਾਨੂੰ ਇਹ ਨਾ ਕਹਿ ਸਕੋ ਕਿ ਯਾਰ ਤੁਸੀਂ ਮਤਲਬ ਕਿ ਸਾਨੂੰ ਕਿਹਾ ਸੀ ਕਿ ਇਹ ਕੰਮ ਕਰੋ ਤੇ ਇਹਦੇ 'ਚ ਬਹੁਤ ਕੁਛ ਹੈ ਜੀ, ਬਹੁਤ ਕੁਛ ਹੈ, ਬਹੁਤ ਕੁਛ ਹੈ, ਲੇਕਿਨ ਭਾਈ ਮਿਹਨਤ ਬਹੁਤ ਜੇ। ਅਸੀਂ ਤੁਹਾਨੂੰ ਹੁਣ ਵੀ ਗੱਲ ਕਰ ਰਹੇ ਆ ਕਿ ਭਾਈ ਮਿਹਨਤ ਬਹੁਤ ਜ਼ਿਆਦਾ ਜੇ, ਤੇ ਮਿਹਨਤ ਹਰ ਕੰਮ ਦੇ ਵਿੱਚ ਹੀ ਆ। ਬਈ ਦੇਖੋ ਕਿ ਮੇਰੀ ਗੱਲ ਸੁਣੋ, ਹੁਣ ਦੇਖੋ ਕਿ ਇਹ ਮਿਹਨਤ ਮਜ਼ਦੂਰਾਂ ਦੇ ਮਿਸਤਰੀ ਪਿੱਛੇ ਟੁਰ ਜਾਓ, ਘੱਟ ਮਿਹਨਤ ਹੈ, ਬਹੁਤ ਜ਼ਿਆਦਾ ਮਿਹਨਤ ਹੈ। ਇਹਦੇ ਵਿੱਚ ਮਿਹਨਤ ਭਲਾ ਕੀ ਹੈ ਦੋਸਤੋ, ਇਹਦੇ ਵਿੱਚ ਮਿਹਨਤ ਭਲਾ ਕੀ ਹੈ ਉਹ ਤੁਹਾਨੂੰ ਅਸੀਂ ਦੱਸ ਦਿੰਦੇ ਆ, ਬਲਕਿ ਦੱਸਦੇ ਆ ਰਹੇ ਆ ਕਿ ਜਨਾਬ ਪਾਲਣ ਦੀ ਵੀ ਕੋਈ ਔਖਿਆਈ ਨਹੀਂ ਹੈਗੀ, ਇਹਨੂੰ ਸਾਂਭਣ ਦੀ ਵੀ ਕੋਈ ਔਖਿਆਈ ਨਹੀਂ ਹੈਗੀ। ਉਹ ਸਭ ਤੋਂ ਸਭ ਜਿਹੜੀ ਮੁਸ਼ਕਲ ਇਸ ਟਾਈਮ ਪੇਸ਼ ਆ ਰਹੀ ਹੈ ਨਾ ਦੋਸਤੋ, ਉਹ ਆ ਰਹੀ ਹੈ ਵਿਕਰੀ ਦੀ, ਕਿ ਮਾਲ ਵਿਕਦਾ ਨਹੀਂ ਪਿਆ, ਮਾਲ ਕਿਸ ਤਰੀਕੇ ਨਾਲ ਵੇਚਣਾ ਆ। ਅਸੀਂ ਉਹਨਾਂ ਦੇ ਤਰੀਕੇ ਤੁਹਾਨੂੰ ਹਰ ਵੀਡੀਓ 'ਚ ਹੁਣ ਦੱਸਦੇ ਆ ਰਹੇ ਹਾਂ, ਕਿਉਂਕਿ ਇਸ ਟਾਈਮ ਕਾਫੀ ਜ਼ਿਆਦਾ ਮਾਲ ਤਿਆਰ ਹੋ ਚੁੱਕਿਆ। ਇਸ ਟਾਈਮ ਮੰਡੀ ਦੇ ਵਿੱਚ ਮਾਲ ਤਿਆਰ ਹੈ। ਲਾਹੌਰ ਦੀ ਮੰਡੀ ਜਿਹੜੀ ਹੈ ਨਾ ਉਹ ਬਿਲਕੁਲ ਖਾਲੀ ਹੈ ਇਸ ਟਾਈਮ, ਕਿਉਂਕਿ ਲਾਹੌਰ ਦੀ ਮੰਡੀ ਦੇ ਵਿੱਚ ਮਾਲ ਨਹੀਂ ਜਾ ਰਿਹਾ, ਕਿਉਂਕਿ ਲਾਹੌਰ ਵਾਲੀ ਮੰਡੀ ਜਿਹੜੀ ਆ ਉਹ ਉੱਥੇ ਗੋਸ਼ਤ ਦਾ ਚੂਜ਼ਾ ਤਿਆਰ ਘੱਟ ਹੋ ਰਿਹਾ ਵਾ, ਤੇ ਜਿਹੜਾ ਨਾ ਅੱਧਾ ਕਿਲੋ ਵਾਲਾ ਗੁਰਾਮਾਂ ਵਾਲਾ ਚੂਜ਼ਾ ਮਿਕਸ ਮਾਲ ਜਿਹੜਾ ਉਹ ਬਹੁਤ ਜ਼ਿਆਦਾ ਤਿਆਰ ਹੋ ਰਿਹਾ। ਮਿਕਸ ਮਾਲ ਦੀ ਇਸ ਟਾਈਮ ਪਰੇਸ਼ਾਨੀ ਆ, ਗੋਸ਼ਤ ਵਾਲੇ ਮਾਲ ਦੀ ਪਰੇਸ਼ਾਨੀ ਨਹੀਂ ਹੈਗੀ। ਤੁਹਾਡੇ ਸਾਹਮਣੇ ਆ ਗੋਸ਼ਤ ਵਾਲਾ ਮਾਲ ਸਾਡੇ ਕੋਲ ਵੀ ਤਿਆਰ ਆ, ਸਾਨੂੰ ਅਸੀਂ ਵੀ ਚਾਹੀਏ ਤੇ ਲਾਹੌਰ ਅੱਜ ਹੀ ਜਾ ਕੇ ਵੇਚ ਕੇ ਆ ਸਕਦੇ ਹਾਂ, ਲੇਕਿਨ ਨਹੀਂ ਅਸੀਂ ਵੇਚਣਾ, ਕਿਉਂਕਿ ਅਸੀਂ ਸਾਰੀ ਜ਼ਿੰਮੇਵਾਰੀ ਭਾਈ ਬੱਗੇ ਦੀ ਦਿੱਤੀ ਦੀ ਆ, ਕੋਈ ਬਾਕੀ ਭਾਈ ਬੱਗੇ ਨਹੀਂ ਵੇਚਣਾ, ਕਿਉਂਕਿ ਸ਼ੈਡੀ ਭਾਈ ਬੱਗੇ ਦਾ, ਇਸ ਵਾਸਤੇ ਕਿ ਅਸੀਂ ਨਾ ਹੀ ਇਹਦੇ ਲਾਹੜੇ ਦਾ ਕਿ ਇੰਨਾ ਹੀ ਵੇਚਣਾ, ਇੰਨਾ ਹੀ ਪਾਣਾ, ਅਸੀਂ ਤਾਂ ਸਿਰਫ ਉਹਦੇ ਤੇ ਖਰਚਾ ਕਰਨਾ ਤੇ ਉਹਦੀ ਸਾਂਭ ਸੰਭਾਲੀ ਕਰਨੀ ਆ, ਔਰ ਬਾਕੀ ਵੇਚਣਾ ਇੰਨੇ ਆ, ਪਾਣਾ ਵੀ ਇੰਨੇ ਹੀ ਆ। ਇਸ ਵਾਸਤੇ ਕਿ ਭਾਈ ਜੀ ਹੁਣ ਤੁਹਾਨੂੰ ਇੱਕ ਹੋਰ ਨਵੀਂ ਟੈਕਨੀਕ ਦੱਸਦੇ ਆ, ਕਿਉਂਕਿ ਬਹੁਤੀ ਜ਼ਿਆਦਾ ਪਰੇਸ਼ਾਨੀ ਆ ਮਾਲ ਵੇਚਣ ਦੀ, ਤੇ ਭਾਈ ਬੱਗਾ ਜੀ ਸਾਨੂੰ ਜਿਹੜੀ ਕੋਈ ਨਵੀਂ ਹੋਰ ਕੋਈ ਗੱਲ ਦੱਸੋ ਕਿ ਜਿਸ ਦੇ ਚੱਕਰ 'ਚ ਮਤਲਬ ਕਿ ਅਸੀਂ ਆਪਣੇ ਮਾਲ ਨੂੰ ਵੇਚ ਸਕੀਏ। ਸਭ ਤੋਂ ਮੁਸ਼ਕਲ ਇਸ ਟਾਈਮ ਮਾਲ ਵੇਚਣਾ ਜੇ, ਉਹ ਦੱਸੋ ਉਹਦੇ ਬਾਰੇ 'ਚ ਕੋਈ ਗੱਲ। ਤੁਹਾਡਾ ਚਲੋ ਸਫਰ ਜਾਣਾ ਥੋੜਾ ਆਸਤਾ ਘਟਾ ਦਿੰਦੇ ਆ। ਅੱਛਾ, ਸਭ ਤੋਂ ਮੇਨ ਹੈ ਕਿ ਜੇ ਤਾਂ ਤੁਸੀਂ ਦੋਸਤੋ ਮਾਲ ਪਾਣਾ ਨਾ ਛੋਟਾ, ਅੱਛਾ, ਇੱਕ ਦਿਨ ਦਾ ਬੱਚਾ, ਇੱਕ ਦਿਨ ਦਾ ਬੱਚਾ ਪਾਣਾ, ਠੀਕ ਹੈ, ਉਹਨੂੰ ਤੁਸੀਂ ਇਸ ਤਰ੍ਹਾਂ ਕਰਨਾ ਵਾ ਕਿ ਠੀਕ ਜੇ ਤਾਂ 40 ਦਿਨ ਦਾ ਹੋ ਜਾਣਾ, 40 ਦਿਨ ਦਾ ਹੋ ਗਿਆ, ਠੀਕ ਹੈ, ਉਦੋਂ ਤੁਹਾਡੇ ਵਜ਼ਨ ਦੇ ਵਿੱਚ ਵੀ ਆ ਜਾਣਾ, ਵਜ਼ਨ 'ਚ ਵੀ ਆ ਗਿਆ, ਠੀਕ ਮਾਲ ਹੈ, ਵੀ ਛੋਟਾ ਹੋਣਾ ਵਾ, ਠੀਕ ਹੈ, ਉਦੋਂ ਤੁਸੀਂ 35 ਤੋਂ 40 ਦਿਨ ਦੇ ਦਰਮਿਆਨ ਤੁਸੀਂ ਇਸ ਤਰ੍ਹਾਂ ਕਰਨਾ ਵਾ ਕਿ ਜਿਹੜਾ ਮੁਰਗਾ ਹੋਣਾ ਹਾਂ ਉਹਦੇ ਸੈਂਟਰ ਵਿੱਚ ਇੱਕ ਜਾਲੀ ਲੋਹੇ ਦੀ ਲਾ ਕੇ, ਜਾਂ ਪਰਦਾ ਨਹੀਂ ਬਲਕਿ ਜਾਲੀ ਲਾ ਲੇ ਲੋਹੇ ਦੀ, ਅੱਛਾ, ਉਹ ਜਿੰਨਾ ਵਿੱਚ ਮੁਰਗਾ ਹੋਏਗਾ ਨਾ, ਠੀਕ ਹੈ, 1000 ਹੋਏ 2000 ਹੋਏ ਯਾਨੀ 3000 ਕੈਪਾਂ ਦੇ ਵਿੱਚ 500 ਹੋਵੇ, ਹਾਂ ਠੀਕ ਹੈ,
ਉਹ ਸਾਰਾ ਹੀ ਛਾਂਡੀ ਕਰਕੇ ਤੇ ਪਿਛਲੇ ਹਿੱਸੇ ਸੁੱਟ ਦੇਣਾ ਤੇ ਵਿੱਚ ਸੈਂਟਰ ਜਾਲੀ ਦੇ ਨਾਲ ਪਰਦਾ ਲਾ ਦੇਣਾ। ਜਾਲੀ ਪਰਦਾ ਲਾ ਦੇਣਾ ਕਿ ਦੋ ਬਣਾ ਦੇਣੇ ਕੈਬਨ? 2 ਕੈਬਨ ਉਹਦੇ ਬਣਾ ਲੈਣੇ ਅੱਜ ਤੋਂ ਠੀਕ ਹੈ, ਬਾਅਦ। ਠੀਕ ਹੋ ਦੋ ਗਿਆ। ਕਿਉਂਕਿ ਤੁਹਾਡੀ ਥੋੜੀ ਮੁਸ਼ਕਲ ਆਸਾਨ ਕਰਨ ਲੱਗੇ। ਠੀਕ ਹੋ ਗਿਆ, ਯਾਨੀ ਕਿ ਨਵਾਂ ਤਰੀਕਾ ਤੁਹਾਨੂੰ ਦੱਸਣ ਲੱਗੇ ਆ ਜੀ। ਉਹ ਕਿਉਂਕਿ ਹੁਣ ਸਾਰੇ ਕੰਮ ਤੇ ਘਰ ਛੱਡੇ ਦੇ ਆ। ਛੱਡੇ ਆ, ਬਿਲਕੁਲ ਬਿਲਕੁਲ ਉਹਨੂੰ ਇਸ ਠੀਕ ਹੈ। ਤਰ੍ਹਾਂ ਕਰਨਾ ਵਾ ਕਿ ਜਿਹੜਾ ਮੁਰਗਾ ਨਾ ਉਹਨੂੰ ਆਜ਼ਾਦ ਪਿੱਛੇ ਕਰ ਦੇਣਾ ਵਾ। ਮੁਰਗਾ ਲੈਦਾ ਕਰ ਦੇਣਾ ਤੇ ਮੁਰਗੀ ਲੈਦਾ ਕਰ ਦੇਣੀ ਮੁਰਗੀ ਆ ਉਹ ਅੱਗੇ ਕਰ ਦੇਣੀ ਆ ਫਰੰਟ ਤੇ ਕਰ ਦੇਣੀ ਹੈ। ਫਰੈਂਡ ਤੇ। ਉਹ ਜਿੰਨੀ ਵੀ ਮੁਰਗੀ ਆ ਨਾ ਹਾਂ ਉਹਦੇ ਵਿੱਚ ਜਿੰਨਾ ਵੀ ਕਮਜ਼ੋਰ ਮੁਰਗਾ ਨਾ ਛੋਟਾ ਮੁਰਗਾ ਹਾਂ, ਉਹ ਸਾਰਾ ਹੀ ਮੁਰਗੀ ਦੇ ਵਿੱਚ ਛੱਡ ਦੇਣਾ। ਮੁਰਗੀ ਚ ਛੱਡ ਦੇਣਾ। ਠੀਕ ਕਿਉਂਕਿ ਹੈ, ਮੁਰਗੀ ਜਿਹੜੀ ਆ ਮੁਰਗੇ ਨੂੰ ਮਾਰਦੀ ਨਹੀਂ। ਠੀਕ ਹੈ। ਕਿਉਂਕਿ ਜਦੋਂ ਇਹ ਮਾਰਦਾ ਮੁਰਗਾ ਮੁਰਗਾ ਹੀ ਹੀ ਮਾਰਦਾ ਮੁਰਗੇ ਨੂੰ। ਠੀਕ ਹੈ, ਲੇਕਿਨ ਜਦੋਂ ਮੁਰਗੀ ਦਾ ਕੱਦ ਛੋਟਾ ਹੁੰਦਾ ਜੇ ਤੇ ਮੁਰਗੇ ਦਾ ਕੱਦ ਬੜਾ ਹੁੰਦਾ। ਹਾਂ ਠੀਕ ਹੈ। ਉਹਦੇ ਵਿੱਚ ਇਹ ਹੋਏਗਾ ਕਿ ਜੇ ਛੋਟਾ ਮੁਰਗਾ ਹੋਵੇਗਾ ਨਾ ਉਹਦੇ ਨਾਲ ਫੀਡ ਖਾ ਕੇ ਤੇ ਬਰੋਬਰ ਵਜ਼ਨ ਕਰੇਗਾ, ਬਰੋਬਰ ਵਧੇਗਾ, ਹੂੰ 2-4 ਦਿਨ ਰਹੇਗਾ, ਉਹ ਸੈੱਟ ਰਹੇਗਾ। ਠੀਕ ਹੈ। ਜਿੰਨਾ ਤੁਸੀਂ ਪਿਛੇ ਮੁਰਗਾ ਕਰ ਦੋਗੇ ਨਾ ਹੂੰ ਉਹ ਮੁਰਗੇ ਦਾ ਸਿਰ ਕਟਵਾ ਹੋਣਾ ਸਾਰਾ ਹੀ। ਠੀਕ ਹੈ। ਕਿਉਂਕਿ ਪਹਿਲੇ ਦਿਨ ਤੋਂ ਜਿਹੜਾ ਬੱਚਾ ਵਧੇ ਫੁੱਲੇ ਅੱਗੋਂ ਵਜ਼ਨ ਨੂੰ ਨਹੀਂ ਉਹਨੇ ਕਰਨਾ, ਕਰਨਾ, ਵਧਣਾ ਵੀ ਉਹਨੂੰ ਸਾਰੇ ਮਾਲ ਨੂੰ ਨਾ ਪਿੱਛੇ ਕਰ ਦੇਣਾ ਵਾ। ਠੀਕ ਹੋ ਗਿਆ। ਜਿੰਨਾ ਤੁਹਾਡੀ ਮੁਰਗੀ ਦਾ ਅਗਰ 400 ਗ੍ਰਾਮ ਵਜ਼ਨ ਹੈ ਤਾਂ ਅਲਹਮਦੁਲਿਲਾ ਮੁਰਗਾ ਤੁਹਾਡਾ 800 ਗ੍ਰਾਮ ਦਾ ਹੋਏਗਾ। ਠੀਕ ਹੈ। ਤੇ ਉਹ ਜੇ 15 ਤੋਂ 20 ਦਿਨ ਜਾਂ ਮਹੀਨਾ ਇੱਕ ਫੀਡ ਖਾ ਗਿਆ ਨਾ ਠੀਕ ਹੈ। ਉਹਨੇ ਕਿਲੋ 1100 ਗ੍ਰਾਮ ਤੇ ਮਿੰਟ ਲਾ ਕੇ ਹੋਣਾ ਵਾ। ਠੀਕ ਹੈ। ਫੇਰੀਵਾਨ ਨੂੰ ਤੁਸੀਂ ਬੁਲਾ ਕੇ ਜੇ ਉਹਨਾਂ ਵੇਖਣਾ ਨਿਰੀ ਮੁਰਗੀ ਆ ਤੇ ਵਿੱਚ ਹਾਂ। ਮੁਰਗਾ ਵਾ ਹਾਂ। ਤੇ ਮੁਰਗਾ ਵੀ ਹੌਲਾ ਹੀ ਆ। ਹਾਂ, ਉਹਨਾਂ ਪੱਧਰਾ ਹੀ ਮੁਰਗਾ ਤੇ ਮੁਰਗੀ ਜਿਹੜੀ ਤਰੀ ਛਾਂਟ ਕੇ ਲੈ ਗਈ ਫੇਰੀਵਾਨ ਨੇ। ਚੁੱਕ ਕੇ ਲੈ ਜਾਣੀ ਆ। ਲੇਕਿਨ ਫੇਰੀਵਾਨ ਵੀ ਤੁਹਾਨੂੰ ਬਣਾਉਣੇ ਜ਼ਰੂਰੀ ਹੋ ਗਏ ਨੇ ਹੁਣ। ਹਾਂ, ਫੇਰੀਵਾਨ ਜ਼ਰੂਰੀ ਨੇ ਬਾਈ, ਫੇਰੀਵਾਨ ਜ਼ਰੂਰੀ ਨੇ। ਠੀਕ ਹੈ। ਤੇ ਕਿਸੇ ਫੇਰੀਵਾਨ ਨੇ ਵੀ ਤੁਸੀਂ ਇੱਕ ਨਾਲ ਹੀ ਚੰਗਾ ਤਲਾ ਕੇ ਰੱਖੋਗੇ, ਉਹਨੂੰ ਚਾਹ ਪਾਣੀ ਪਿਆ ਕੇ ਹੋਰ ਦਾਹਨ ਸੱਦ ਲੇਗਾ। ਠੀਕ ਹੈ, ਜਿਹੜਾ ਬਿਲਕੁਲ ਬੰਦਾ ਹੀ ਬਹੁਤ ਚੰਗਾ ਫਾਰਮ ਵਾਲਾ ਉਹ ਬੜੀ ਤਾਰੀਫ ਨਾਈਸ। ਕਰੇਗਾ ਹਾਂ ਤੇ ਉਹਦੀ ਵਜ੍ਹਾ ਤੋਂ ਉਹਦਾ ਵੀ ਕੰਮ ਚੱਲ ਜਾਏਗਾ ਤੇ ਤੁਹਾਡਾ ਵੀ ਕੰਮ ਚੱਲ ਜਾਏਗਾ। ਠੀਕ ਹੈ। ਉਹ ਤੁਹਾਡਾ ਜਿਹੜਾ ਮਾਲ ਉਹਨੂੰ ਛੋਟਾ ਛੋਟਾ ਉਹਨੇ ਸੇਲ ਕਰ ਦੇਵੇਗਾ। ਠੀਕ ਹੈ। ਤੇ ਜਿਹੜਾ ਮੁਰਗਾ ਤੁਹਾਡਾ ਰਹਿ ਜਾਏਗਾ ਨਾ ਹਾਂ ਉਹ ਅਗਰ ਤੁਹਾਡਾ 40 ਦਿਨ ਤੋਂ ਜੇ 40 ਦਿਨ ਹੋਰ ਤੁਹਾਨੂੰ ਡੱਕਣਾ ਪਏਗਾ ਨਾ ਉਹ ਜਦੋਂ 1100-1200 ਗ੍ਰਾਮ ਹੋਈ ਨਾ ਚੂਚਾ ਠੀਕ ਹੈ। ਉਹਨੂੰ ਤੁਹਾਨੂੰ ਟੈਨਸ਼ਨ ਨਹੀਂ ਲੈਣੀ, ਉਹਨੂੰ ਸਿੱਧੇ ਸਮਝ ਲਾਹੌਰ ਮੰਡੀ ਫੇਰ ਗੱਡੀ ਕਰ ਦੇਣਾ। ਗੱਡੀ ਭਰੋ ਤੇ ਲੋਰ ਲੈ ਜਾਓ। ਤਾਂ ਨਹੀਂ ਲਾਹੌਰ ਖੜਨ ਦੀ ਜ਼ਰੂਰਤ ਨਹੀਂ ਤੁਹਾਨੂੰ। ਅੱਛਾ ਉਹਨੂੰ ਤੁਸੀਂ ਭਾਵੇਂ ਜਿਹੜੇ ਵੀ ਪਾਕਿਸਤਾਨ ਦੇ ਕੋਨੇ ਦੇ ਜਿਹੜੇ ਕੋਨੇ ਦੇ ਵੀ ਤੇ ਅੱਛਾ ਤੁਸੀਂ ਲਾਹੌਰੀਆਂ ਨੂੰ ਫੋਨ ਕਰਨਾ ਵਾ, ਅੱਛਾ। ਉਹਨਾਂ ਦਾ ਰੇਟ ਉੱਥੇ ਬਹਿ ਕੇ ਦੇ ਦੇਣਾ ਵਾ। ਭਾਈ ਜੀ ਗੱਲ ਇਸ ਤਰ੍ਹਾਂ ਕਿ ਭਾਈ ਬੱਗੇ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਨਾ ਤੁਸੀਂ ਲਾਹੌਰੀ ਨੂੰ ਫੋਨ ਕਰੋ, ਲਾਹੌਰੀ ਆ ਜਾਂਦੇ ਨੇ। ਹਾਂ, ਲਾਹੌਰੀ ਲੇਕਿਨ ਗੱਲ ਆ ਇਸ ਤਰ੍ਹਾਂ ਹੈ ਕਿ ਕਿਸੇ ਵੇਲੇ ਨਹੀਂ ਵੀ ਆਉਂਦੇ। ਨਹੀਂ ਹਾਂ। ਉਹਨਾਂ ਦਾ 12 ਮਹੀਨੇ ਦਾ ਕਾਰੋਬਾਰ ਆ। ਚਲੋ ਬਹਰਹਾਲ ਫੇਰ ਵੀ ਅਸੀਂ ਕਹਿ ਦਿੰਦੇ ਆ ਹਾਂ, ਯਾਰ ਠੀਕ ਅਸੀਂ ਆ। ਅਸੀਂ ਦੋ ਗੱਲਾਂ ਕਰ ਰਹੇ ਹਾਂ। ਅਸੀਂ ਇੱਕ ਗੱਲ ਤੇ ਭਾਰ ਨਹੀਂ ਪਾਉਂਦੇ ਹੈਗੇ ਕਿ ਉਹ ਆਣਗੇ ਤੇ ਤੁਹਾਡੇ ਕੋਲ ਮਾਲ ਚੁੱਕ ਕੇ ਲੈ ਕੇ ਜਾਣ। ਗੱਲ ਐਸਾ ਕਿ ਅਸੀਂ ਦੋ ਗੱਲਾਂ ਕਰ ਰਹੇ ਹਾਂ ਨਾ, ਅਸੀਂ ਦੋਵਾਂ ਗੱਲਾਂ ਦੇ ਵਜ਼ਨ ਪਾਉਂਦੇ ਆ ਕਿ ਜਨਾਬ ਅਗਰ ਤੇ ਉਹ ਤੁਸੀਂ ਫੋਨ ਕਰੋ ਤੇ ਉਹ ਆ ਜਾਣ ਤੇ 100 ਬਿਸਮਿਲ੍ਲਾ, ਠੀਕ ਆ। ਨਹੀਂ ਆਣ ਤੇ ਭਾਈ ਤੁਹਾਡੇ ਕੋਲ ਦੂਸਰਾ ਹੱਲ ਤੇ ਹੈ ਨਾ, ਖੁਦ ਗੱਡੀ ਭਰੋ ਤੇ ਮੰਡੀ ਲੈ ਜਾਓ। ਹਾਂ ਖੁਦ ਉਹਦੇ ਠੀਕ ਆ, ਹਾਂ ਲੇਕਿਨ ਉਹ ਇੱਥੇ ਤੱਕ ਤੁਹਾਨੂੰ ਉਹਨਾਂ ਨੌਬਤ ਨਹੀਂ ਆਉਂਦੇ ਨਹੀਂ। ਪਤਾ ਕਿਉਂ ਕਿ ਬ੍ਰੋਕਰ ਹੋਰ ਹੁੰਦੇ ਨੇ ਤੇ ਮੰਡੀ ਜਿਹੜੇ ਵਾਲੇ ਮੰਡੀ ਵਾਲੇ ਹੋਰ ਹੁੰਦੇ ਨੇ। ਡੀਲਰ ਜਿਹੜੇ ਉਹ ਮੰਡੀ ਦੇ ਮੰਡੀ ਵਾਲੇ ਜਿਹੜੇ ਨੇ ਉਹ ਤੇ ਮਾਲ ਦੀ ਤਲਾਸ਼ ਵਿੱਚ 24 ਘੰਟੇ ਰਹਿੰਦੇ ਨੇ। ਠੀਕ ਹੈ। ਕਿਤੇ ਸਾਨੂੰ ਮਾਲ ਲੱਭੇ ਤੇ ਅਸੀਂ ਕੰਮ ਲਿਆਈਏ, ਕਿਦੋਂ ਮਾਲ ਲੱਭੇ ਦੇਖੋ ਉੱਥੇ ਭਾਵੇਂ 50,000 ਚੂਚਾ ਵੀ ਹੋਵੇਗਾ ਨਾ ਹਾਂ ਹਾਂ ਉਹਨਾਂ ਡਾਇਰੈਕਟ ਗੱਡੀਆਂ ਉੱਤੇ ਉਹਨਾਂ ਨੂੰ ਪਤਾ ਕਿ ਮੁਰਗਾ 1200 ਗ੍ਰਾਮ, ਹਾਂ ਜਦੋਂ 1200 ਗ੍ਰਾਮ ਦਾ ਤਾਂ ਉਹਨੇ ਸਮਝ ਚ ਆ ਜਾਂਦੀ ਹੈ ਗੱਲ, ਉਹਨੇ ਗੋਸ਼ਤ ਦੇ ਕੰਮ ਆ ਜਾਂਦਾ ਵਾ। 1100-1200 ਗ੍ਰਾਮ ਦਾ ਹਾਂ, ਬਿਲਕੁਲ ਤੇ ਠੀਕ ਉਹਨੇ ਲਗਾਤਾਰ 2-3 ਦਿਨ ਗੱਡੀਆਂ ਲਾ ਕੇ ਨਾ ਹੈ। ਮੰਗਾ ਦੇਣਾ। ਮੁਕਾ ਦੇਣਾ ਤੇ ਆਧਾਰ ਤੇ ਪੇਮੈਂਟ ਕਿਸੇ ਨਾਲ ਵੀ ਨਹੀਂ ਕਰਨੀ ਤੇ ਨਾ ਉਹ ਆਧਾਰ ਕਰਦੇ ਵੀ ਨਹੀਂ ਠੀਕ ਹੈ, ਬਿਲਕੁਲ ਇਸ ਤਰ੍ਹਾਂ ਹੀ ਆ। ਤੇ ਨਗਦ ਪੇਮੈਂਟ ਦਿੰਦੇ ਨੇ ਲਾਹੌਰੀ ਵਾਲਾ ਖੈਰ ਕੀ ਜੋ ਵਕਤ ਦਾ ਰੇਟ ਹੋਏਗਾ ਰੇਟ ਤੋਂ ਉਹੀ ਚੱਲਣਾ। ਹਾਂ ਹੁਣ ਬਿਲਕੁਲ ਠੀਕ ਹੈ। ਦੇਖੋ ਜਿਵੇਂ ਕਣਕ ਬਾਜਰਾ ਜਵਾਰ ਹੀ ਬੀਜਨੇ ਆ ਕਿਉਂਕਿ ਸਾਰੇ ਜ਼ਿਮੀਂਦਾਰ ਅੱਛਾ ਹੁਣ ਸਾਰਾ ਹੀ ਫਸਲ ਆ, ਹੁਣ ਤੇ ਕਣਕ ਆਈ ਦੀ ਆ। ਫਸਲ ਆ ਤੇ ਜੇਟਾ ਵੇਖੋ ਫਸਲ ਦਾ ਰੇਟ ਮੰਡੀ ਤੇ ਭੌਣਾ ਲੱਗਦਾ ਵਾ। ਹੂੰ ਕਿਸੇ ਟਾਈਮ ਪੱਠੇ ਬਿਲਕੁਲ 100 ਰੁਪਏ ਮਣ ਹੁੰਦੇ, ਕਿਸੇ ਟਾਈਮ 800 ਰੁਪਏ ਮਣ ਹੁੰਦੇ ਨੇ। ਭਾਈ ਜੀ ਹੁਣ ਤੁਹਾਡੇ ਸਾਹਮਣੇ ਫਸਲ ਹੈ, ਗੰਦਮ ਹੈ, ਤੁਹਾਡੇ ਸਾਹਮਣੇ ਹੀ ਆ ਨਾ। ਜਦੋਂ ਅਸੀਂ ਲਾਉਣ ਦੇ ਅਸੀਂ ਹਰ ਬੰਦੇ ਦੀ ਹਵਾ ਹੋਈ ਕਿ ਜਨਾਬ ਐਰਕਾ 5000 ਦੀ ਵਿਕੇਗੀ, 5000 ਦੀ ਵਿਕੇਗੀ। ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਹੈ ਨਾ, ਲੋਕਾਂ ਨੇ ਨਹੀਂ ਪਾਤੀ ਬੀਜ ਕੇ ਜਨਾਬ ਖਾਦਾਂ ਸਪਰੇਵਾਂ ਪਾਤੀ। ਜਦੋਂ ਹੁਣ ਵੇਚਣ ਦੀ ਵਾਰੀ ਆ ਗਈ ਆ, ਵੱਡੀ ਵੇਚਣ ਦੀ ਵਾਰੀ ਆ ਗਈ ਤੇ ਤੁਹਾਡੇ ਸਾਹਮਣੇ ਆ, ਹਰ ਜ਼ਿਮੀਂਦਾਰ ਪਰੇਸ਼ਾਨ ਹੋਣ ਡਿਆ, ਹਰ ਜ਼ਿਮੀਂਦਾਰ ਤੰਗ ਹੋਣ ਡਿਆ ਦਾ। ਔਰ ਹਰ ਮਤਲਬ ਕਿ ਰੇਟ ਬਿਲਕੁਲ ਘੱਟ ਹੈ। ਚਲੋ ਤੰਗ ਹੋ ਕੇ ਵੀ ਰੇਟ ਚੰਗਾ ਮਿਲ ਜੇ ਤੇ ਕੋਈ ਗੱਲ ਨਹੀਂ ਹੈਗੀ। ਲੇਕਿਨ ਉਤੋਂ ਪਰੇਸ਼ਾਨੀ ਮੌਸਮ ਦੇ ਮੌਸਮ ਦੀ ਹਿਸਾਬ ਵੀ ਨਾਲ ਪਰੇਸ਼ਾਨੀ ਪੈ ਗਈ ਆ ਦੋਸਤੋ। ਤੇ ਗੱਲ ਦੇਖੋ ਨਾ ਫਸਲ ਵੱਢਣ ਜੋਗੇ ਤੇ ਨਾ ਤੂੜੀ ਸਾਂਭਣ ਜੋਗੇ, ਨਾ ਹੁਣ ਅੱਗੇ ਜੋਗੇ ਰਹਿ ਗਏ ਤੇ ਨਾ ਹੀ ਰਹਿ ਗਏ ਪਿੱਛੇ। ਹਾਂ ਮਤਲਬ ਇਹ ਇਹ ਬੰਦਾ ਕੁਦਰਤ ਦੇ ਰੰਗ ਨੇ। ਹਾਂਜੀ। ਐਸੇ ਤਰ੍ਹਾਂ ਦੋਸਤੋ ਇਹ ਕਾਰੋਬਾਰ ਇੱਕ ਐਸੀ ਚੀਜ਼ ਆ, ਹਾਂਜੀ ਹਾਂਜੀ ਗੱਲ ਹੈ। ਇਹ ਜੋ ਰੱਬ ਨੇ ਕਰਨਾ ਹੁੰਦਾ। ਦੇਖੋ ਹੁਣ ਉਹ ਹੋ ਸਕਦਾ ਮਾਰਕੀਟ ਚੋਂ ਮਾਲ ਖਤਮ ਹੋ ਜੇ ਤੇ ਜਿਨ੍ਹਾਂ ਕੋਲ ਮਾਲ ਹੈ ਉਹਦਾ ਰੇਟ ਡਬਲ ਹੋ ਜੇ, ਡਬਲ ਹੋ ਜਾਓ, ਉਹਦਾ ਸੀਜ਼ਨ ਲੱਗ ਗਿਆ, ਉਹਦਾ ਸੀਜ਼ਨ ਲੱਗ ਗਿਆ। ਹਾਂ। ਉਹ ਦੇਖੋ ਜਿਸ ਤਰ੍ਹਾਂ ਮਾਰਕੀਟ ਬਿਲਕੁਲ ਡਾਊਨ ਹੋ ਗਈ ਆ, ਡਾਊਨ ਹੋ ਗਈ ਹੈ ਮੰਡੀ, ਕਿਉਂਕਿ ਡਾਊਨ ਹਰ ਬੰਦਾ ਆਪਣੇ ਕਣਕ ਦਾਣੇ ਮੂੰਜੀ ਵਾਲੇ ਪਾਸੇ ਫਸਲ ਵਾਲੇ ਪਾਸੇ ਤੂੜੀ ਵਾਲੇ ਪਾਸੇ ਹੋ ਗਿਆ ਪੈ ਗਿਆ ਬਿਲਕੁਲ। ਤੇ ਉਹਨਾਂ ਨੂੰ ਸਾਡੇ ਮੁਰਗੇ ਨਾਲ ਕੋਈ ਗਰਜ ਨਹੀਂ। ਨਹੀਂ ਕਰਦੇ ਉਹਨਾਂ ਨੂੰ ਸਿਰਫ ਤਾਂ ਜਿਸ ਟਾਈਮ ਉਹਨਾਂ ਨੇ ਕੰਮ ਫਾਰਗ ਹੋਈ ਨਾ ਉਹਨਾਂ ਨੇ ਸਾਡੇ ਮਗਰ ਲੱਭ ਕੇ ਵੇਖਣਾ। ਉਹਨੇ ਜਿਹੜੀ ਸਾਡੀ ਪਿਛਲੀ ਐਵਰੇਜ ਆ ਉਹ ਵੀ ਉਹਨਾਂ ਪੂਰੀ ਕਰ ਦੇਣੀ ਹੈ। ਕਰ ਦੇਣੀ। ਹਾਂ ਦੋਸਤੋ ਇਹ ਚੀਜ਼ ਤੁਹਾਨੂੰ ਇੱਕ ਭਾਈ ਬੱਗੇ ਨੇ ਹੋਰ ਨਵੀਂ ਦੱਸ ਦਿੱਤੀ ਹੈ। ਉਹਨਾਂ ਕਿਹਾ ਕਿ ਜਨਾਬ ਤੁਸੀਂ ਇਸ ਤਰ੍ਹਾਂ ਕਰ ਲਵੋ ਕਿ ਜਦੋਂ ਤੁਹਾਡਾ ਚੂਜ਼ਾ 35 ਦਿਨਾਂ ਦਾ ਹੋ ਜਾਂਦਾ ਨਾ ਤੇ 35 ਦਿਨਾਂ ਦੇ ਵਿੱਚ ਤੁਸੀਂ ਜਨਾਬ ਉਹ ਚੂਜ਼ੇ ਨੂੰ ਜਿਹੜਾ ਸਿਰ ਕਟਮਾ ਚੂਜ਼ਾ ਤੁਹਾਡਾ ਮੁਰਗਾ ਹੋਏਗਾ ਨਾ ਉਹਨੂੰ ਪਿੱਛੇ ਤੇ ਕਰ ਉਹਨੂੰ ਤੁਸੀਂ ਜਨਾਬ ਸਾਈਡ ਲੈਦਾ ਕਰ ਦਵੋ
ਪਿਛਲੇ ਕੈਪ 2 ਕੈਪਨ ਕਰ ਲਓ, ਪਿੱਛੇ ਪਾ ਦਿਓ, ਤੇ ਜਿਹੜਾ ਦੂਸਰੀ ਤੁਹਾਡੀ ਮੁਰਗੀ ਤੇ ਜਿਹੜਾ ਕੇਰ ਜਿਹਨੂੰ ਅਸੀਂ ਕਹਿੰਦੇ ਆ ਚੂਚਾ ਕੇਰ ਜਿਹੜਾ ਮੁਰਗਾ ਹੋਏਗਾ ਨਾ, ਕਮਜ਼ੋਰ ਮੁਰਗਾ ਹੋਏਗਾ, ਉਹਨੂੰ ਵੀ ਮੁਰਗੀ ਦੇ ਵਿੱਚ ਸ਼ਾਮਲ ਕਰ ਦੇਣਾ ਜੀ, ਠੀਕ ਹੈ ਨਾ। ਤੇ ਤੁਸੀਂ ਜਨਾਬ ਮੁਰਗੇ ਨੂੰ ਟੱਕ ਲੈਣਾ ਜੇ, ਠੀਕ ਹੈ। ਮੁਰਗੇ ਦੀ ਤੁਸੀਂ 20 ਦਿਨ ਹੋਰ ਸੇਵਾ ਕਰ ਲੈਣੀ ਜੀ, ਉਹਨੂੰ ਜਨਾਬ ਘੱਟ ਤੋਂ ਘੱਟ 1100 ਗ੍ਰਾਮ ਕਰਕੇ ਤੇ ਉਹਨੂੰ ਮੰਡੀ ਭੇਜ ਦਿਓ। ਤੇ ਜਿਹੜੀ ਅੱਗੇ ਤੁਹਾਡੀ ਮੁਰਗੀ ਹੋਣੀ ਹੈ ਨਾ, ਤੇ ਛੋਟਾ ਚੂਜ਼ਾ ਹੋਣਾ ਨਾ, ਉਹ ਤੁਸੀਂ ਫੇਰੀਵਾਲ ਨੂੰ ਚੁਕਵਾ ਦਿਓ, ਉਹ ਫੇਰੀਵਾਲ ਹੱਸ ਕੇ ਚੁੱਕ ਕੇ ਲੈ ਜਾਣਗੇ। ਉਹਨੂੰ ਤੁਸੀਂ ਟਾਈਮ ਨਾਲ ਹੀ ਵੇਚ ਦੇਣਾ ਜੀ, ਉਹਨੂੰ ਤੁਸੀਂ ਨਾ 50 ਦਿਨਾਂ ਤੋਂ ਪਹਿਲੇ ਵੇਚ ਦੇਣਾ ਜੀ। ਤੇ ਮੁਰਗੇ ਨੂੰ ਤੁਸੀਂ ਟੱਕ ਲੈਣਾ ਜੀ। ਮੁਰਗੇ ਨੂੰ ਤੁਸੀਂ ਭਾਵੇਂ ਤੁਹਾਡੀ ਖੁਸ਼ੀ ਹੈ, ਉਹ ਅਗਰ ਉਸੇ ਟਾਈਮ ਤੁਹਾਨੂੰ ਸਹੀ ਰੇਟ ਮਿਲਦਾ ਤੇ ਤੁਸੀਂ ਉਸੇ ਟਾਈਮ ਵੇਚ ਦਵੋ। ਜਿਸ ਟਾਈਮ ਵੀ ਤੁਹਾਨੂੰ ਸਹੀ ਰੇਟ ਮਿਲੇਗਾ, ਤੁਹਾਨੂੰ ਮਤਲਬ ਕਿ ਪਤਾ ਹੈ ਕਿ ਸਾਡਾ ਇੰਨਾ ਖਰਚਾ ਹੁਣ ਹੋ ਚੁੱਕਿਆ ਵਾ, ਠੀਕ ਹੈ ਨਾ, ਤੇ ਇਹਨੇ ਸਾਨੂੰ ਮਤਲਬ ਚੂਜ਼ਾ ਸਾਨੂੰ ਪ੍ਰੋਫਿਟ ਦੇ ਰਿਹਾ ਵਾ, ਤੁਹਾਡੀ ਖੁਸ਼ੀ ਹੈ। ਜਦੋਂ ਤੁਹਾਨੂੰ ਸਹੀ ਰੇਟ ਲੱਗੇ ਤੁਸੀਂ ਉਸੇ ਟਾਈਮ ਚੁਕਵਾ ਦਿਓ। ਲਾਲਚ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ, ਔਰ ਉਹਨੂੰ ਡੱਕਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਜਿਸ ਟਾਈਮ ਵੀ ਤੁਹਾਨੂੰ ਰੇਟ ਚੰਗਾ ਮਿਲਦਾ ਤੁਸੀਂ ਉਸੇ ਟਾਈਮ ਆਪਣਾ ਮਾਲ ਵੇਚਣ ਦੀ ਕੋਸ਼ਿਸ਼ ਕਰੋ। ਇਸ ਵਾਸਤੇ ਕਿ ਇਹ ਸਾਹ ਭਰੀਆਂ ਖੱਲਾਂ ਨੇ ਭਾਈ ਦੇ, ਹਰ ਗੱਲ ਤੇ ਗੱਲ ਇਹੋ ਗੱਲ ਕਰਦੇ ਨੇ ਕਿ ਸਾਹ ਭਰੀਆਂ ਖੱਲਾਂ ਹੁੰਦੀਆਂ ਨੇ, ਸਾਹ ਚੱਲਦੇ ਨੇ ਤੇ ਇਹਨਾਂ ਤੁਹਾਨੂੰ ਰੇਟ ਮਿਲੇਗਾ। ਕੋਈ ਮਸਲਾ ਵੀ ਆ ਸਕਦਾ, ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜਲਦ ਤੋਂ ਜਲਦ ਜਨਾਬ ਤੁਹਾਨੂੰ ਰੇਟ ਚੰਗਾ ਮਿਲੇ, ਇਹਨੂੰ ਵੇਚਣ ਦੀ ਕੋਸ਼ਿਸ਼ ਕਰਨੀ ਆ। ਭਾਈ ਬੱਗਾ ਜੀ, ਜਿਹੜਾ ਅਸੀਂ ਮਸ਼ਵਰਾ ਦੇ ਰਹੇ ਹਾਂ ਨਾ ਆਪਣੇ ਦੋਸਤਾਂ ਨੂੰ, ਮੰਨਦੇ ਤੇ ਪਏ ਨੇ ਉਹ ਇਸ ਚੀਜ਼ ਤੇ ਐਗਰੀ ਨੇ ਕਿ ਬਿਲਕੁਲ ਠੀਕ ਆ ਜੀ, ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਆ, ਠੀਕ ਆ ਨਾ, ਕਿ 2-2 4-4 ਜਿਹੜੇ ਨਾ ਫੇਰੀਵਾਲ ਲੱਭਣੇ ਚਾਹੀਦੇ ਨੇ ਹਰ ਬੰਦੇ ਨੂੰ। ਚਲੋ ਆਸਤਾ ਹੀ ਹੈ ਨਾ। ਅਗਰ ਤੁਸੀਂ ਤੁਹਾਨੂੰ ਇੱਕ ਫਲਾਗ ਦੇ ਵਿੱਚ ਲਾਸ ਹੁੰਦੀ ਆ, ਇੱਕ ਫਲਾਗ ਦੇ ਵਿੱਚ ਤੁਹਾਡਾ ਮਤਲਬ ਨੁਕਸਾਨ ਹੁੰਦਾ ਜਾਂ ਤੁਹਾਡੇ ਪੈਸੇ ਪੂਰੇ ਹੁੰਦੇ ਨੇ, ਤਾਂ ਤੁਸੀਂ ਹਿੰਮਤ ਨਹੀਂ ਹਾਰਨੀ ਹੈਗੀ। ਕਿਉਂਕਿ ਇਸ ਟਾਈਮ ਭਾਈ ਜੀ ਤੁਹਾਨੂੰ ਦੱਸ ਦਿੰਦੇ ਆ, ਇਸ ਟਾਈਮ ਮੰਡੀ ਡਾਊਨ ਹੈ, ਇਸ ਟਾਈਮ ਜਨਾਬ ਨਹੀਂ ਮਾਲ ਦੀ ਵਿਕਰੀ ਹੋ ਰਹੀ। ਜ਼ਹਰ ਭਾਈ ਮੰਡੀ ਡਾਊਨ ਵਾਕਈ ਇਸ ਤਰ੍ਹਾਂ ਗੱਲ ਆ। ਦੇਖੋ ਮੈਂ ਹੁਣ ਤੁਹਾਡੇ ਲਾਗੇ ਆ, ਹਾਂਜੀ, ਸਾਡੇ ਲੋ ਮੰਡੀ ਡਾਊਨ ਹੋਵੇ ਜਾਂ ਤੇਜ਼ ਹੋਵੇ, ਮਿਸਾਲ ਇੱਕ ਬਿਲਕੁਲ ਠੀਕ ਹੈ, ਕਿ ਸਾਡੀ ਮੰਡੀ ਤੇ ਅਲਹਮਦੁਲਿਲਾ ਠੀਕ ਆ ਬਈ, ਸਾਡੇ ਤੇ ਠੀਕ ਹੈ। ਵਾਸਤੇ ਕਿ ਅਸੀਂ ਜਿਹੜੇ ਖੁਦ ਫੇਰੀ ਕਰ ਲੈਨੇ ਆ ਨਾ, ਹਾਂਜੀ, ਤੇ ਉਹ ਸਾਨੂੰ ਬੈਨੀਫਿਟ, ਉਹੀ profit ਸਾਡਾ ਸਾਨੂੰ ਪ੍ਰੋਫਿਟ ਆ। ਹਾਂਜੀ ਬਿਲਕੁਲ ਸਹੀ। ਦੇਖੋ ਇਹਦੇ ਵਿੱਚ ਮੈਨੂੰ ਕੋਈ ਨੁਕਸਾਨ ਨਹੀਂਗਾ, ਠੀਕ ਹੈ, ਇਹਦੇ ਵਿੱਚ ਮੈਨੂੰ ਫਾਇਦਾ ਹੀ ਨਜ਼ਰ ਆਉਣ ਡਿਆ ਇਸ ਵਾਸਤੇ ਕਿ ਕਿਸੇ ਦੇ ਘਰੋਂ ਮਾਲ ਚੁੱਕਣਾ ਤੇ ਲੈ ਕੇ ਤੁਰ ਪੈਣਾ। ਉਹ ਭਾਈ ਉੱਥੋਂ ਮਾਲ ਫੜਨਾ ਤੇ ਜਾਣਾ ਤੇ ਆਪਣੀ ਸੁੱਕੀ ਦਿਹਾੜੀ ਲਾ ਲੈਣੀ। ਤੇ ਜਿਹੜਾ ਫਾਰਮ ਵਾਲਾ ਮਸਾਲਾ ਹੋਏਗਾ, ਤੁਸੀਂ ਹੋਵੇ ਜਾਂ ਕੋਈ ਵੀ ਹੋਵੇ, ਹਾਂਜੀ, ਲੇਕਿਨ ਉਹਦੇ ਵਾਸਤੇ ਵੀ ਖੁਸ਼ਕਿਸਮਤੀ ਆ ਕਿ ਉਹਦਾ ਸਕੂਨ ਇੱਜ਼ਤ ਨਾਲ ਮਾਲ ਵਿਕਦਾ ਪਿਆ, ਕੋਈ ਸ਼ੱਕ ਨਹੀਂ ਇਸ ਗੱਲ। ਕਿ ਫੇਰੀਵਾਲ ਨੂੰ ਫੋਨ ਕਰਨ ਦੀ, ਕਿਸੇ ਦੇ ਮਗਰ ਜਾਣ ਦੀ ਜ਼ਰੂਰਤ ਨਹੀਂ ਹੈਗੀ। ਬਿਲਕੁਲ ਆਪਣੇ ਹੀ ਫਾਰਮ ਤਾਂ ਖਤਮ ਕੀਤਾ ਵਾ, ਘੱਟ ਕੀਤਾ। ਲਾਗੋ ਜਦੋਂ ਫਾਰਮ ਚ ਬਣਾ ਲੈਣੇ ਸੀ, ਬਿਲਕੁਲ, ਤੇ ਫਿਰ ਆਪਣੇ ਲਾਲਚ ਵਿੱਚ ਲੱਗੇ ਰਹੇ ਤੇ ਉਹ ਕੌਣ ਵੇਚੇਗਾ? ਉਹ ਕਿੰਨੇ ਵੇਚਣਾ? ਵੇਖੋ ਜੀ ਇਹਨਾਂ ਕੋ ਬਚਤਾਂ ਦੀ ਘਟ ਜੇਗੀ। ਹਾਂ, ਤੇ ਫੇਰੀਵਾਲ ਮਗਰ ਫੇਰਨਾ 2 ਤੋਂ ਛੱਡ ਦਿੱਤਾ। ਤਾਂ ਹੁਣ ਇਸ ਤਰ੍ਹਾਂ ਕਰੋ ਕਿ ਤੁਸੀਂ ਜਿਹੜਾ ਕੋਸ਼ਿਸ਼ ਕਰਕੇ ਬਹੁਤਾ ਨਿਰਾ ਮੁਰਗਾ ਮੰਗਾਓ, ਉਹਨਾਂ ਕੋਲ ਮਿਕਸ ਮਾਲ ਘੱਟ ਦੋ, ਤੇ ਉਹ ਰੁਪਏ 2-4 ਜਾਂ 5 ਵੱਧ ਲੈ ਲੈਣਗੇ, ਕੋਈ ਗੱਲ ਨਹੀਂ, ਠੀਕ ਹੈ, 1000 ਚੂਚੇ ਮਗਰ, ਠੀਕ ਹੈ, ਲੇਕਿਨ ਉਹ 2-4 ਹਜ਼ਾਰ ਦੀ ਗੱਲ ਕੋਈ ਨਹੀਂ ਹੁਣ, ਕਿਉਂਕਿ ਸਾਨੂੰ ਨਿਰਾ ਨਰ ਦੋ, ਠੀਕ ਹੈ। ਨਾਰ ਵਿੱਚ 100 ਮਗਰ 2-4 ਮੁਰਗੀਆਂ ਨਿਕਲ ਆਉਂਦੀਆਂ ਨੇ, ਉਹ ਪਹਿਲੇ ਵਿਕ ਜਾਂਦੀਆਂ ਨੇ। ਨਾਰਾ ਉਹਨੂੰ ਤੁਸੀਂ ਤਿਆਰ ਕਰੋ, ਤਿਆਰ ਕਰਕੇ ਤੇ ਉਹਦਾ ਜਿਹੜਾ ਰੇਟ ਨਾ, ਉਹ ਕਿਉਂਕਿ ਉਹਨੇ 15-20 ਤੋਂ 25 ਕਿਲੋ ਵਜਨ ਜਾਣਾ, ਫੀ ਬੋਰੀ ਨੇ ਦੇਣਾ, ਹੱਦ ਜੋ ਮੁਰਗਾ ਕਿਲੋ ਤਾਂ ਟੱਪ ਜਾਏਗਾ, ਫਿਰ 17-18 ਕਿਲੋ ਦੇ ਦੇਗਾ ਵਜਨ, ਠੀਕ ਹੈ। ਉਹ ਸਮਝੋ ਕਿ ਤੁਸੀਂ ਇੱਕ ਬਲੈਲਾ ਜੀ ਪਾਲਦੇ ਪਏ, ਠੀਕ ਹੈ। ਉਹੋ ਹੀ ਮਾਰ ਕੇ ਜਦੋਂ ਤੇ ਹੋਣਾ, ਤੁਸੀਂ ਲਾਹੌਰੀਆਂ ਨੂੰ ਫੋਨ ਕਰਨਾ ਵਾ। ਲਾਹੌਰ ਬਹੁਤ ਵੱਡੀ ਮਾਰੀ, ਇੱਕ ਸਮੁੰਦਰ ਆ, ਬਿਲਕੁਲ ਇਸ ਤਰ੍ਹਾਂ ਹੀ, ਤੇ ਉੱਥੇ ਤੇ ਜੋ ਮਰਜੀ ਚੱਲ ਜਾਓ ਵਿਕ ਜਾਂਦਾ। ਤੇ ਤੁਸੀਂ ਲਿਹਾਜ਼ਾ ਬਹੁਤਾ ਨਾ ਗੋਸ਼ਤ ਦੇ ਕੰਮ ਤੇ ਤਵੱਜੋ ਦੇਵੋ, ਠੀਕ ਹੈ। ਜਦੋਂ ਫੇਰੀਵਾਲ ਨੂੰ ਅਕਲ ਆ ਜਾਏਗੀ ਸਿੱਧੀ ਤਰ੍ਹਾਂ ਹੋਣਗੇ, ਤੇ ਫਿਰ ਉਹਨਾਂ ਨੂੰ ਮਿਕਸ ਮਾਲ ਪਾ ਦਿਆ ਕਰਿਓ, ਠੀਕ ਹੈ। ਦੇਖੋ ਇਸ ਤਰ੍ਹਾਂ ਫੇਰੀਵਾਲ ਤੇ ਬ੍ਰੋਕਰ ਬਾਹਰ ਦੇ ਰਲ ਗਏ ਨੇ, ਰਲੇ ਹੋਏ ਨੇ। ਦੇਖੋ ਰਲੇ ਇਸ ਵਾਸਤੇ ਨੇ ਕਿ ਅਸੀਂ ਜਿਹੜੀਆਂ ਗੱਲਾਂ ਨਾ, ਕੱਲ ਭਾਈ ਸਾਜ ਦੇ ਇਟਲੀ ਦੇ ਵੀ ਫੋਨ ਕਰਦਾ ਪਿਆ ਸੀ, ਠੀਕ ਹੈ, ਕਹਿੰਦਾ ਯਾਰ ਤੂੰ ਗੱਲਾਂ ਸੱਚੀਆਂ ਤੇ ਸਿੱਧੀਆਂ ਕਰ ਛੱਡਣਾ ਵਾ, ਠੀਕ ਹੈ। ਇਹਦੇ ਵਿੱਚ ਬ੍ਰੋਕਰਾਂ ਨੂੰ ਵੱਟ ਲੱਗਦਾ ਵਾ ਤੇ ਫੇਰੀਵਾਲਾਂ ਵੀ ਨਾਰਾਜ਼ ਹੁੰਦੇ ਨੇ, ਠੀਕ ਹੈ। ਤੇ ਯਾਰ ਸਾਡੇ ਜੋੜਾਂ ਵਿੱਚ ਸਮਝੀਏ ਚੰਗਾ ਤੂੰ ਬਹਿਣਾ ਕਿ ਤੂੰ ਚੁੱਪ ਇਕੱਲਾ ਕੰਮ ਕਰਦਾ ਤੇ ਕਰਦਾ ਚੁੱਪ ਕਰਕੇ, ਠੀਕ ਹੈ, ਸਾਨੂੰ ਤੇ ਨਾ ਤੂੰ ਓਪਨ ਕਰ, ਸਾਨੂੰ ਓਪਨ ਨਾ ਕਰ, ਬਿਲਕੁਲ ਠੀਕ ਹੈ। ਲੇਕਿਨ ਹੁਣ ਬ੍ਰੋਕਰਾਂ ਨੂੰ ਸਮਝ ਜਿਹੜਾ ਮੌਤ ਨਜ਼ਰ ਆਉਣ ਡਈ ਆ ਕਿ ਯਾਰ ਹੋਰ ਇੰਨੇ ਲੋਕ ਨੇ ਤਿਆਰ ਕਰਤੇ। ਦੇਖੋ ਹਰ ਇੱਕ ਨੇ ਮੁਕੱਦਰ ਤੇ ਆਪੋ ਆਪਣੇ ਲੈਣੇ ਆ, ਹਾਂਜੀ ਗੱਲ ਆ, ਤੇ ਕਾਰੋਬਾਰ ਨੂੰ ਵਧਾਉਣਾ ਚਾਹੀਦਾ, ਘਟਾਉਣਾ ਨਹੀਂ ਚਾਹੀਦਾ, ਦੁਆਰਾ ਵਧਾਉਣੀ ਚਾਹੀਦੀ, ਘਟਾਉਣੀ ਨਹੀਂ ਚਾਹੀਦੀ। ਬਾਈ ਬਗੇ ਜੀ ਗੱਲ ਤੁਹਾਡੀ ਟੋਕ ਕੇ ਮੈਂ ਗੱਲ ਕਰਨਾ ਚਾਹੁੰਦਾ, ਕਿਉਂਕਿ ਗੱਲਾਂ 'ਚ ਗੱਲ ਨਿਕਲ ਆਉਂਦੀ ਆ। ਦੇਖੋ ਕਿ ਪਹਿਲੇ ਜਿਹੜੇ ਲੋਕ ਸੀ, ਹੁਣ ਇਸ ਟਾਈਮ ਜਿਹੜੇ ਮੇਰੇ ਕੋਲ ਆ ਨਾ, ਜਿਹੜੇ ਮੇਰੇ ਨਜ਼ਦੀਕ ਜਾਂ ਮੇਰੇ ਮੁਤਾਬਕ ਜਾਂ ਮੇਰੀ ਵੀਡੀਓ ਦੇ ਹਿਸਾਬ ਨਾਲ ਜਾਂ ਜਿਹੜੇ ਮੇਰੇ ਰਾਬਤੇ ਦੇ ਵਿੱਚ ਨੇ, ਉਹ ਇਸ ਟਾਈਮ ਜਨਾਬ 42-43 ਬੰਦੇ ਨੇ, ਠੀਕ ਹੋ ਗਿਆ ਭਾਈ ਜੀ। 42-43 ਬੰਦੇ ਐਸੇ ਨੇ ਜਿਹੜੇ ਨਵੇਂ, ਜਿਹੜੇ ਕਿ ਮਤਲਬ ਕਿ ਕੰਮ ਕਰਦੇ ਪਏ ਨੇ, ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਦਾ, ਕਿਸੇ ਨੇ ਕਰ ਲਿਆ, ਕਿਸੇ ਦਾ ਚੱਲਦਾ ਪਿਆ, ਕਿਸੇ ਦਾ ਹੋ ਰਿਹਾ, ਕਿਸੇ ਨੇ ਪਾ ਰਿਹਾ, ਕੋਈ ਕਿਸੇ ਦਾ ਇਰਾਦਾ ਬਣਦਾ ਪਿਆ, ਉਹ ਜ਼ਾਹਰਾ ਜੀ ਉਹ ਉਹਨਾਂ ਦੇ ਗਿੱਟੇ 'ਚ ਬਹਿਣ ਵਾਸਤੇ ਆਏ ਦੇ ਨਾ, ਉਹ ਤਕਲੀਫ ਤੇ ਹੋਣੀ ਆ ਨਾ। ਉਸ ਦੇਖੋ ਪਹਿਲੇ ਸੀ ਕੋਈ ਚੰਦ ਬੰਦੇ ਕੰਮ ਕਰਦੇ ਪਏ ਸੀ, ਹੁਣ 40-42 ਬੰਦੇ ਨੇ। ਕੋਈ ਐਸੇ ਬੰਦੇ ਨੇ ਜਿਹੜੇ ਮੇਰੇ ਰਾਬਤੇ 'ਚ ਨਹੀਂ ਹੈਗੇ, ਲੇਕਿਨ ਉਹ ਸਾਡੀ ਸਿਰਫ ਵੀਡੀਓ ਵੇਖਦੇ ਨੇ, ਕਮੈਂਟ ਕਰਦੇ ਨੇ, ਸਾਨੂੰ ਇਹ ਨਹੀਂ ਦੱਸਦੇ ਕਿ ਅਸੀਂ ਮਾਲ ਪਾਇਆ ਦਾ ਕਿ ਨਹੀਂ ਪਾਇਆ ਦਾ, ਆਪਣਾ ਮਤਲਬ ਦੱਸਦੇ ਕਿ ਬਿਮਾਰੀ ਦਾ ਕੀ ਹੱਲ ਹੋਣਾ ਚਾਹੀਦਾ। ਜ਼ਾਹਰਾ ਉਹ ਪੁੱਛਦੇ ਕਿਉਂ ਪਏ ਨੇ, ਉਹਨਾਂ ਨੇ ਮਾਲ ਪਾਇਆ ਦਾ ਤੇ ਪੁੱਛਦੇ ਪਏ ਨਾ,
ਇਸ ਤਰ੍ਹਾਂ ਹੀ ਨਾ ਇਸ ਤੇ ਉਹ ਤੇ ਦੁਖਣੇ ਹੀ ਨੇ ਨਾ ਹੁਣ ਉਹ ਲੋਕ ਇਹਨਾਂ ਬ੍ਰੋਕਰਾਂ ਨੂੰ ਇਹਨਾਂ ਫੇਰੀਵਾਨਾਂ ਨੂੰ ਉਹ ਲੋਕ ਦੁਖਣੇ ਤੇ ਹੈ ਹੀ ਆ ਨਾ ਭਾਈ ਜੀ। ਅਸੀਂ ਭਾਈ ਜੀ ਲੋਕਾਂ ਦੀ ਤਵੱਜੋ ਇਸ ਤਰਫ ਕੀਤੀ ਆ ਤੇ ਉਹ ਹੁਣ ਪਰੇਸ਼ਾਨੀ ਹੋਣ ਦੀ ਬ੍ਰੋਕਰਾਂ ਨੂੰ ਜਾਂ ਫੇਰੀਵਾਨਾਂ ਨੂੰ ਕਿ ਯਾਰ ਤੁਸੀਂ ਸਾਰੀ ਚੀਜ਼ ਦੱਸਦੇ ਖੋਲ ਕੇ ਦੱਸ ਦਿਓ, ਪੋਟਾ ਕਿੰਜ ਲਾਈਦਾ ਤੇ ਜਨਾਬ ਇੰਜ ਕੀ ਕਰੀਦਾ ਤੇ ਇਹ ਹੇਰਾ ਫੇਰੀ ਹਰ ਚੀਜ਼ ਤੁਸੀਂ ਖੋਲ ਕੇ ਦੱਸ ਦਿੱਤੀ ਆ। ਦੇਖੋ ਗੱਲ ਇਸ ਤਰ੍ਹਾਂ ਵਾ ਕਿ ਅਸੀਂ ਤੇ ਹਰ ਇੱਕ ਨੂੰ ਪਿਆਰ ਨਾਲ ਮਸ਼ਵਰੇ ਦਿੰਨੇ ਆ ਕਿ ਯਾਰ ਤੁਸੀਂ ਇਹ ਕੰਮ ਕਰ ਲਓ, ਚਲੋ ਤੁਹਾਡੇ ਬੱਚਿਆਂ ਦਾ ਰੁਜ਼ਗਾਰ ਲੱਗ ਜਾਏਗਾ। ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਆ। ਦੇਖੋ ਕੋਈ ਬ੍ਰੋਕਰ ਹੁਣ ਤਰਾਜ ਕਰੇ, ਫੇਰੀਵਾਨ ਤਰਾਜ ਕਰੇ ਤੇ ਉਹ ਗੁਣ ਦੀ ਮਰਜ਼ੀ ਉਹ ਖਾਏਗਾ ਸਮਾਨ ਸਾਨੂੰ ਨਹੀਂ ਲੋੜ ਇਹਦੇ ਨਾਲ। ਯਾਰ ਗੱਲ ਇਸ ਤਰ੍ਹਾਂ ਵਾ ਕਿ 100 ਸੱਜਣ ਹੁੰਦਾ 100 ਦੁਸ਼ਮਣ ਹੁੰਦਾ। ਬਿਲਕੁਲ ਇਸ ਤਰ੍ਹਾਂ ਹੀ ਆ। ਦੇਖੋ ਅਸੀਂ ਕਿਸੇ ਬ੍ਰੋਕਰ ਨਾਲੋਂ ਕਮਜ਼ੋਰ ਤੇ ਨਹੀਂ, ਨਾ ਅਸੀਂ ਕਿਸੇ ਕੋ ਡਰਨੇ ਆ। ਬਿਲਕੁਲ ਠੀਕ ਆ। ਤੇ ਨਾ ਅਸੀਂ ਕੋਈ ਕਿਸੇ ਕੋ ਲੈਣ ਦੇਣ ਕਰਨੇ, ਲੇਕਿਨ ਅਸੀਂ ਗੱਲ ਇਸ ਤਰ੍ਹਾਂ ਕਿ ਸਾਫ਼ ਸਿੱਧੀ ਤੇ ਸੁਸਰੀ ਗੱਲ ਕਰਨੇ ਕਿ ਚਲੋ ਕਈਆਂ ਲੋਕਾਂ ਦਾ ਭਲਾ ਹੋ ਸਾਡੀ ਜਾਏ, ਵੈਸੇ ਤੋਂ ਭਲਾ ਹੋ ਜਾਏ, ਕੋਈ ਰੁਜ਼ਗਾਰ ਲੱਗ ਜਾਵੇ। ਲੱਗ ਜੇ ਇਸ ਤਰ੍ਹਾਂ ਹੀ ਆ। ਦੋਸਤੋ ਜੀ ਤੁਹਾਡਾ ਅੱਲਾਹ ਤਾਲਾ ਦਾ ਰੁਜ਼ਗਾਰ ਬ੍ਰੋਕਰ ਨੂੰ ਲਾਇਆ ਦਾ ਤੇ ਚਲੋ ਹੋਰਨਾਂ ਦਾ ਵੀ ਲੱਗ ਜੇ। ਹੋਰ ਵੀ ਲੱਗ ਜੇ। ਦੇਖੋ ਇਹ ਕੰਮ ਜਿੰਨਾ ਵਧਾਵਾਂਗੇ ਨਾ ਉਹਨਾਂ ਸਮਝ ਜੀ ਲੋਕਾਂ ਦਾ ਰਿਜ਼ਕ ਵਧੇਗਾ ਉਨੀ ਮਾਰਕੀਟ ਦੇਖੋ ਇੱਕ ਫਾਰਮ ਵਾਲਾ ਹੈ ਨਾ, ਇੱਕ ਫਾਰਮ ਵਾਲਾ ਇਹ ਨਾ ਸਮਝੇ ਕਿ ਮੈਂ ਹੀ ਕਮਾਉਣ ਡਿਆ ਦਾ। ਲੇਕਿਨ ਗੱਲ ਇਹ ਸਰ ਦੋਸਤੋ ਕਿ ਅਸੀਂ ਚਾਹੁੰਦੇ ਆ ਕਿ ਤੁਸੀਂ ਕੰਮ ਕਰੋ। ਲੇਕਿਨ ਭਾਈ ਜੀ ਇੱਕ ਗੱਲ ਅਸੀਂ ਤੁਹਾਨੂੰ ਬਾਰ-ਬਾਰ ਹੁਣ ਕਹਿਣਾ ਸ਼ੁਰੂ ਕਰ ਦਿੱਤੀ ਆ। ਦੇਖੋ ਮੈਂ ਆਪਣਾ ਕੰਮ ਕਰਨਾ ਪਿਆ ਨਾ, ਜ਼ੈਨ ਭਾਈ ਆਪਣਾ ਕੰਮ ਕਰਦੇ ਪਏ ਨਾ, ਉਹ ਭਾਈ ਲੰਗੀਆਂ ਵਾਲੇ ਆਪਣਾ ਕੰਮ ਕਰਦੇ ਪਏ ਨੇ ਸਾਡੇ ਇਲਾਕੇ ਦੇ ਵਿੱਚ। ਹੋਰ ਵੀ 3-4 ਐਸੇ ਨੇ ਜਿਹਨਾਂ ਦੇ ਨਾਲ ਤੁਹਾਡੀ ਮੈਂ ਮੁਲਾਕਾਤ ਕਰਵਾਉਣੀ। ਉਦੋਂ ਜਿਸ ਬੰਦੇ ਨਾਲ ਤੁਹਾਡੀ ਛੱਤ ਤੇ ਮੁਲਾਕਾਤ ਕਰਵਾਈ ਸੀ, ਵੀਡੀਓ ਬਣਾਈ ਸੀ, ਤੁਹਾਡੇ ਦੱਸਿਆ ਸੀ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਨਾਬ ਹੋਰ 2-3 ਬੰਦੇ ਨੇ, ਠੀਕ ਹੈ ਨਾ, ਉਹ ਇਸ ਇਲਾਕੇ ਦੇ ਵਿੱਚ ਸਾਡੇ ਕੰਮ ਕਰਦੇ ਪਏ ਨੇ। ਇੱਕ ਬੰਦਾ ਹੋਰ ਆ ਤੁਹਾਨੂੰ ਸਾਡੇ ਲਾਗੇ ਜਾਂ ਉਹਦੇ 2000 ਚੂਦਾ ਪਾਏਦਾ, ਠੀਕ ਹੈ ਜੀ। ਉਹਦੇ ਕੋਲ ਵੀ ਅਸੀਂ ਜਾਣਾ ਆ, ਉਹਦੇ ਨਾਲ ਵੀ ਤੁਹਾਡੀ ਗੱਪਸ਼ਪ ਲਵਾਉਣੀ ਹੈ ਕਿ ਜਨਾਬ ਆਇਆ ਕਿ ਉਹਨੂੰ ਕੋਈ ਪਰੇਸ਼ਾਨੀ ਇਸ ਚੀਜ਼ ਦੀ। ਦੇਖੋ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਕੋਲ ਫੇਰੀਵਾਨ ਮੌਜੂਦ ਆ, ਸਾਡੇ ਕੋਲ ਫੇਰੀਵਾਨ ਭਾਈ ਮੌਜੂਦ ਹੈ। ਜਦ ਤੱਕ ਇਹ ਆ ਅਦ ਤੱਕ ਸਾਨੂੰ ਵੇਚਣ ਦੀ ਕੋਈ ਪਰੇਸ਼ਾਨੀ ਨਹੀਂ ਹੋ ਸਕਦੀ। ਮਾਲ ਸਾਡਾ ਭਾਵੇਂ ਛੋਟਾ ਹੋਵੇ ਤੇ ਭਾਵੇਂ ਵੱਡਾ ਹੋਵੇ। ਦੇਖੋ ਪਹਿਲਾਂ ਸਾਨੂੰ ਟੈਨਸ਼ਨ ਕੋਈ ਨਹੀਂ ਕਿ ਪਹਿਲਾਂ ਸਾਡਾ 1000 ਜਿਹੜਾ ਸੀ 900 ਚੂਦਾ ਸੀ ਜਿਹੜਾ, ਉਹ ਦੇਖੋ ਕਿ ਸਾਡਾ ਟਿਕਟਾਂ ਦੇ ਵਿੱਚ ਗਿਆ 2 ਦਿਨਾਂ ਦੇ ਵਿੱਚ ਸਾਰੇ ਫੇਰੀਵਾਨ ਅੱਜ ਚੁੱਕ ਕੇ ਲੈ ਗਏ। ਉਹ ਰੇਟ ਵੀ ਚੰਗਾ ਦਿੱਤਾ ਉਹਨਾਂ ਨੇ ਤਲਕ। ਉਹਦੀ ਵਜ੍ਹਾ ਕਿ ਇਹਨਾਂ ਨੇ ਬੁਲਾਏ, ਇਹਨਾਂ ਨੇ ਲਿਆਂਦੇ। ਇਹ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਫੇਰੀਵਾਨ ਉਹ ਆ ਗਏ, ਜਨਾਬ ਕੁਝ ਨਾਰਾਜ਼ ਹੋ ਕੇ ਵੀ ਗਏ ਕਿ ਜਿਹੜਾ ਤੂੰ ਸੱਦਿਆ ਤੇ ਆਲੇ ਕੇ ਮਾਲ ਤੇ ਅੱਗੇ ਹੈ ਕੋਈ ਨਹੀਂ। 500 ਰੁਪਏ ਤੇਲ ਵਾਸਤੇ ਦਿੱਤਾ ਕਿ ਜਾ ਭਾਈ ਇਸ ਵਾਸਤੇ ਦਿੱਤਾ ਕਿ ਯਾਰ ਕੱਲ ਨੂੰ ਵੀ ਸੱਦਣੇ ਪੈ ਸਕਦੇ ਨੇ। ਹਾਂ ਤੇ ਗੱਲ ਨਹੀਂ ਹੋਈ। ਤੇ ਦੋਸਤੋ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਸੁਣ ਕੇ ਨਾ ਜੇ ਤੋਂ ਅਸੀਂ ਸਾਨੂੰ ਆਪ ਹੀ ਮਹਿਸੂਸ ਕੀਤਾ ਕਿ ਅਸੀਂ ਇਹ ਕਾਰੋਬਾਰ ਹੀ ਬਦਲ ਲੈਣੇ, ਆਪਣਾ ਉਹ ਕੰਮ ਕਰਨੇ ਆ ਕਿ ਜਿਹਦੇ ਜਿਸ ਅਸੀਂ ਸਮਝ ਸਾਨੂੰ ਕਿਸੇ ਅੱਗੇ ਹੱਥ ਨਾ ਫਲਾਉਣਾ ਪਏ, ਟੈਨਸ਼ਨ ਨਾ ਕਰਨੀ ਪਈ। ਫਿਰ ਉਸ ਤੋਂ ਬਾਅਦ ਭਾਈ ਬੱਗੇ ਨੇ ਸਾਨੂੰ ਕਿਹਾ ਕਿ ਜਨਾਬ ਗੱਲ ਏਦਾਂ ਕਿ ਮਿਕਸ ਮਾਲ ਨੂੰ ਤੁਸੀਂ ਛੱਡੋ, ਤੁਸੀਂ ਪਾਓ ਮੁਰਗਾ। ਮੈਂ ਮੁਰਗਾ ਕਿਉਂਕਿ ਮੁਰਗਾ ਮੈਂ ਵੇਚਣਾ ਆ, ਕਿਉਂਕਿ ਮੈਂ ਜੀ ਵੇਚਣਾ ਪਿਆ ਤੇ ਫਿਰ ਤੁਹਾਨੂੰ ਪਰੇਸ਼ਾਨੀ ਕੋਈ ਨਹੀਂ ਹੈਗੀ। ਇਸ ਵਾਸਤੇ ਫਿਰ ਮੁਰਗੇ ਦਾ ਫਲਾਗ ਸ਼ੁਰੂ ਕਰ ਲਿਆ। ਅੱਲਾਹ ਖੈਰ ਕਰੇ, ਇਹਦੇ ਚ ਵੇਖਣਾ ਸਾਨੂੰ ਕੀ ਬਚਦਾ ਵਾ। ਉਸ ਤੋਂ ਬਾਅਦ ਭਾਈ ਜੀ ਤੁਹਾਨੂੰ ਬਾਰ-ਬਾਰ ਇਹੋ ਗੱਲ ਅਸੀਂ ਕਹਿਣ ਦੇ ਆ ਕਿ ਜਨਾਬ ਤੁਸੀਂ ਫੇਰੀਵਾਨ 2-3 ਬਣਾਓ, ਫੇਰੀਵਾਨ 2-3 ਬਣਾਓ। ਫੇਰੀਵਾਨ ਜਦੋਂ ਤੁਸੀਂ 2-3 ਬਣਾ ਦਿੱਤੇ ਨਾ ਤਾਂ ਭਾਈ ਜੀ ਤੁਹਾਡੀ ਅੱਛੀ ਖਾਸੀ ਰਿਜ਼ਕ ਜਿਹੜਾ ਅੱਛਾ ਖਾਸਾ ਰਿਜ਼ਕ ਜਿਹੜਾ ਨਾ ਉਹ ਲੱਗ ਜਾਣਾ। ਜੇ ਤੁਸੀਂ ਮਤਲਬ ਕਿ ਆਪਣਾ ਮਾਲ ਤਿਆਰ ਕਰੀ ਕੇ ਤੁਹਾਡੇ ਫੇਰੀਵਾਨ ਵੇਚੀ ਗਏ, ਤੁਸੀਂ ਮਾਲ ਤਿਆਰੀ ਕਰੀ ਕੇ ਫੇਰੀਵਾਨ ਤੁਹਾਡੇ ਵੇਚੀ ਗਏ, ਤੇ ਥੋੜੀ ਹੈ ਤੇ ਮੁਸ਼ਕਲ ਹੈ, ਲੇਕਿਨ ਐਡੀ ਮੁਸ਼ਕਲ ਵੀ ਨਹੀਂ ਹੈ ਜਿੰਨੀ ਅਸੀਂ ਕਹਿਣ ਦੇ ਆ। ਲੇਕਿਨ ਫੇਰੀਵਾਨ ਹੀ ਬਣਾਣੇ ਨੇ ਯਾਰ। ਜਿਸ ਇੱਕ ਤੇ ਤੁਸੀਂ ਆਪ ਹੋਗੇ ਜ਼ਾਹਰ, ਜਿਹੜੇ ਬੰਦਾ ਜਿਹੜਾ ਸਾਰਾ ਦਾ ਸਾਰਾ ਫੋਕਸ ਚੂਜੇ ਦੇ ਉੱਤੇ ਆ ਨਾ, ਉਹ ਵੀ ਵਿਹਲਾ ਹੀ ਆ। ਇੱਕ ਤੇ ਉਹ ਆਪ ਹੋ ਗਿਆ ਤੇ ਦੂਸਰੇ 2 ਬੰਦੇ ਹੋਰ ਨਾਲ ਤਿਆਰ ਕਰ ਲਏ ਤੇ 1000 1500 2000 3000 ਚੂਦਾ ਵੇਚਣਾ 3-4 ਬੰਦਿਆਂ ਵਾਸਤੇ ਕੋਈ ਮੁਸ਼ਕਲ ਨਹੀਂ ਹੈਗੀ। ਠੀਕ ਹੈ ਜੀ, ਥੋੜੀ ਜਿਹੀ ਸ਼ਰਮ ਲਾਣੇ ਪੈਣੀ ਆ। ਉਸ ਤੋਂ ਬਾਅਦ ਜਾਨੀ ਮਾਰਕੀਟ ਦਾ ਭੇਦ ਪਾਣੇ ਪੈਣਾ, ਤੁਹਾਨੂੰ ਗਲੀਆਂ ਮੁਹੱਲੇ 'ਚ ਜਾਣੇ ਪੈਣਾ ਆ। ਇਸ ਵਾਸਤੇ ਦੇਖੋ ਦੋਸਤੋ ਗੱਲ ਏਦਾਂ ਕਿ ਤੁਸੀਂ ਕਮਾਣੀ ਆ ਰੋਟੀ, ਅੱਛੀ ਰੋਟੀ ਕਮਾਣੀ ਆ, ਤੇ ਫਿਰ ਤੁਹਾਨੂੰ ਇਹ ਸ਼ਰਮ ਵਾਲਾ ਕੰਮ ਲਾਣੇ ਪੈਣਾ ਜੇ। ਤੁਹਾਨੂੰ ਫਿਰ ਆਪਣੇ ਇੱਕ ਫੇਰੀਵਾਨ ਵੀ ਬਣਾਣੇ ਪੈਣਾ ਔਰ ਖੁਦ ਵੀ ਵੇਚਣ ਦੀ ਕੋਸ਼ਿਸ਼ ਕਰੋ। ਇਸ ਕਰਕੇ ਕਿ ਜਦ ਤੱਕ ਸਾਡੇ ਕੋਲ ਜਿਸ ਤਰ੍ਹਾਂ ਦਾ ਭਾਈ ਬੱਗਾ ਨਾ, ਇਸ ਤਰੀਕੇ ਦਾ ਕੋਈ ਬੰਦਾ ਤੁਸੀਂ ਉੱਧਰ ਵੀ ਬਣਾਓ ਤਾਂ ਕਿ ਜਿਹੜਾ ਕਿ ਮਾਲ ਤੁਹਾਡਾ ਵੇਚੇ। ਤੁਸੀਂ ਮਾਲ ਪਾਲੀ ਜਾਓ ਤੇ ਉਹ ਵੇਚੀ ਜਾਏ, ਤੁਸੀਂ ਮਾਲ ਪਾਲੀ ਜਾਓ ਤੇ ਉਹ ਵੇਚੀ ਜਾਏ। ਇਸ ਤਰੀਕੇ ਨਾਲ ਕੋਈ ਫੇਰੀਵਾਨ ਬਣਾਓ। ਤੇ ਭਾਈ ਬੱਗਾ ਜੀ ਹੋਰ ਕੋਈ ਸਾਡੇ ਦੋਸਤਾਂ ਵਾਸਤੇ ਕੋਈ ਗੱਲ ਦੱਸ ਦਿਓ। ਹਾਂ ਵੀ ਦੋਸਤਾਂ ਵਾਸਤੇ ਹੈ ਕਿ ਜਿਹੜਾ RIR ਜਿਹੜਾ ਮੁਰਗਾ ਹੁੰਦਾ ਨਾ, ਹਾਂਜੀ, ਉਹ ਤੇ ਉਹਦਾ ਸਮਝਣਾ ਵਜ਼ਨ ਤੇ ਜਾਂ ਸਿਲਵਰ ਗੋਲਡ ਨੂੰ ਵਜ਼ਨ ਬਹੁਤ ਤੇਜ਼ ਕਰਦੇ ਨੇ। ਠੀਕ ਹੈ। ਤੇ RIR ਦੇ ਵਿੱਚ ਅਸਟਰ ਲੋਕ ਤੁਸੀਂ ਚੂਚਾ ਕਾਲਾ ਇਨਸ਼ਾਅੱਲਾ ਪਾ ਸਕਦੇ ਆ। ਠੀਕ ਹੈ। ਤੇ ਕਾਲਾ ਚੂਚਾ ਜਿਹੜਾ ਸਮਝੀ ਇਹ ਜਿਹਾ ਮਿਸ਼ਰੀ ਗੋਲਡਨ ਨਾ, ਅਗਰ ਇਹ 3 ਮਹੀਨੇ 4 ਮਹੀਨੇ ਤਿਆਰ ਹੁੰਦਾ ਨਾ 1.25 ਕਿਲੋ, ਉਹ 70 ਤੋਂ 75 ਦਿਨ ਦੇ ਵਿੱਚ ਅਸਟਰ ਲੋਕ ਜਾਣਾ ਤੇ RIR ਉਹਨਾਂ ਵਜ਼ਨ ਕਰ ਜਾਂਦਾ ਜੀ। ਠੀਕ ਹੈ, ਯਾਨੀ ਕਿ ਉਹ ਜਲਦੀ ਤਿਆਰ ਹੋ ਜਾਂਦਾ, ਵਜ਼ਨ ਜ਼ਿਆਦਾ ਕਰ ਜਾਂਦਾ। ਦੇਖੋ ਜਿੱਥੇ ਤੁਸੀਂ 2000 ਚੂਚਾ ਮਿਸ਼ਰੀ ਗੋਲਡਨ ਪਾਉਣਾ ਤੇ ਉਹ ਜਿਆਦਾ ਦੂਸਰੇ 1000 ਤੁਸੀਂ ਉਹ ਵੀ ਪਾ ਲਓ ਤੇ ਉਹਦੇ ਜਿੰਨਾ ਵਜ਼ਨ ਡਬਲ ਕਰ ਦੇਗਾ। ਜ਼ਿਆਦਾ ਉਹਦੇ ਜ਼ਿਆਦਾ ਪ੍ਰੋਫਿਟ ਹੈ। ਪ੍ਰੋਫਿਟ ਜ਼ਿਆਦਾ ਵਾ। ਉਹ ਗੋਸ਼ਤ ਵਾਸਤੇ ਬਹੁਤ ਹੀ ਮਫੀਦ ਆ ਚੀਜ਼ ਆ। ਤੇ ਉਹਦਾ ਜਿਹੜਾ ਨਾ ਉਹ ਦੇਖੋ ਉਹਦੇ ਚ ਪ੍ਰੋਫਿਟ ਬੜੀ ਹੈ ਕਿਉਂਕਿ 2-2.5-3 ਕਿਲੋ ਦਾ ਮੁਰਗਾ ਹੋ ਜਾਂਦਾ ਨਾ ਥੋੜੇ ਟਾਈਮ ਦੇ ਵਿੱਚ ਹੀ। ਠੀਕ ਹੈ। ਤੇ ਫੀਡ ਸਮਝੋ ਕਿ ਬੇਸ਼ੁਮਾਰ ਵਜ਼ਨ ਦੇ ਸਕਦੀ ਆ। ਠੀਕ ਹੈ ਬਾਈ ਜੀ, ਗੱਲ ਇਸ ਤਰ੍ਹਾਂ ਕਿ ਇੱਕ ਹੋਰ ਸਾਡੇ ਸਮੀਉਲਾ ਭਾਈ ਨੇ ਨਾਰੋਵਾਲ ਤੋਂ, ਉਹਨਾਂ ਨੇ ਜਨਾਬ ਸਿਲਵਰ ਚੂਜ਼ੇ ਦਾ ਸਾਰਾ ਆਰਡਰ ਦਿੱਤਾ ਭਾਈ ਜੀ। ਠੀਕ ਹੈ ਜੀ, ਤੇ ਸਿਲਵਰ 골ਡਨ ਤੇ ਕਹਿੰਦਾ ਕਿ ਜਨਾਬ ਇੱਕ ਵੀਡੀਓ ਬਣਾ ਕੇ ਮੈਨੂੰ ਤੁਸੀਂ ਜ਼ਰੂਰ
ਭੇਜਣੀ ਜੇ ਉਹਦੀ ਜਿੰਨੀ ਵੀ ਮਾਲੂਮਾਤ ਹੈਗੀ ਆ ਉਹ ਸਾਰੀ ਭਾਈ ਜੀ ਅਸੀਂ ਅੱਲਾ ਖੈਰ ਕਰੇ ਤੇ ਕੱਲ ਵਾਲੀ ਵੀਡੀਓ 'ਚ ਕਰਾਂਗੇ ਗੱਲ, ਕਿਉਂਕਿ ਵੀਡੀਓ ਅੱਜ ਲੰਮੀ ਹੋ ਗਈ ਆ ਫਿਰ ਦੁਬਾਰਾ। ਤੇ ਇਸ ਕਰਕੇ ਅਸੀਂ ਇਹ ਸਿਲਵਰ ਦੀ ਜਿਹੜੀ ਵੀਡੀਓ ਨਾ, ਸਿਲਵਰ ਚੂਜ਼ੇ ਦੀ, ਸਿਲਵਰ 골ਡਨ ਵਾਲੇ ਜਿਹੜੇ ਚੂਜ਼ੇ ਦੀ, ਉਹਦੇ ਅਸੀਂ ਕੱਲ ਬਣਾਵਾਂਗੇ, ਕੱਲ ਉੱਤੇ ਗੁਫ਼ਤਗੂ ਕਰਾਂਗੇ। ਤੇ ਦੋਸਤੋ ਕਾਫੀ ਜ਼ਿਆਦਾ ਲੰਮੀ ਵੀਡੀਓ ਹੋ ਗਈ ਆ ਤੇ ਕੋਈ ਐਸੀ ਗੱਲ ਨਹੀਂ ਕਿ ਗੱਲਾਂ ਵੀ ਕਾਫੀ ਅੱਛੀਆਂ ਭਾਈ ਨੇ ਹੁਣ ਦੱਸੀਆਂ ਨੇ ਸਾਨੂੰ, ਗੱਲਾਂ ਸੁਣਿਆ ਵੀ ਪਤਾ ਚੱਲਦਾ ਔਰ ਕੀਤਿਆਂ ਵੀ ਪਤਾ ਚੱਲਦਾ। ਜੇ ਦੱਸਣਾ ਸਾਡਾ ਕੰਮ ਹੈ, ਕਰਨਾ ਤੁਹਾਡਾ ਕੰਮ ਹੈ। ਬਾਕੀ ਅੱਲਾ ਖੈਰ ਕਰੇ ਤੇ ਅੱਲਾ ਤੁਹਾਨੂੰ ਤੰਦਰੁਸਤੀ ਦੇਵੇ, ਅੱਲਾ ਤੁਹਾਨੂੰ ਮਤਲਬ ਕਿ ਹਿੰਮਤ ਦੇਵੇ ਕਾਰੋਬਾਰ ਕਰਨ ਦੀ। ਔਰ ਅਸੀਂ ਤੁਹਾਨੂੰ ਫਿਰ ਦੱਸ ਦਿੰਦੇ ਹਾਂ ਕਿ ਜਨਾਬ ਸਾਡੇ ਇਲਾਕੇ ਦੇ ਜਾਂ ਹੋਰ ਜਿਹੜੇ 2-4 ਬ੍ਰੋਕਰ ਹੈ ਨੇ ਉਹ ਜਨਾਬ ਸਾਡੇ ਤੋਂ ਥੋੜੀ ਬਹੁਤੀ ਕਰੇਨ ਖਾਣੀ ਸ਼ੁਰੂ ਕਰ ਗਏ ਨੇ, ਲੇਕਿਨ ਬਹਰਹਾਲ ਕੋਈ ਨਹੀਂ, ਅਸੀਂ ਉਹਨਾਂ ਦੀ ਟੈਨਸ਼ਨ ਨਹੀਂ ਲੈਣੀ ਹੈਗੀ। ਅਸੀਂ ਸਿਰਫ ਤੁਹਾਨੂੰ ਕੰਮ ਦੱਸਣਾ ਜਾਂ ਕਰਨਾ ਤੁਹਾਡਾ ਕੰਮ ਹੈ। ਅਸੀਂ ਮੁਕਾਬਲਾ ਦੀ ਕਿਸੇ ਦਾ ਵੀ ਕਰਨਾ ਚਾਹੁੰਦੇ, ਇਸ ਕਰਕੇ ਕਿ ਅਸੀਂ ਸਿਰਫ ਆਪਣੀ ਰੋਟੀ ਰੋਜ਼ੀ ਵਾਸਤੇ ਲੱਗੇ ਹਾਂ। ਅਸੀਂ ਕਹਿੰਦੇ ਕਿ ਆਪਣੇ ਦੋਸਤ ਜਿਹੜੇ ਨੇ ਉਹ ਵੀ ਕਰਦੇ ਨਾਲ ਅਸੀਂ ਵੀ ਕਰਦੇ ਰਹੀਏ। ਅੱਲਾ ਖੈਰ ਸਾਲਾ ਕੰਮ ਨੂੰ ਵਧਾਉਣਾ ਚਾਹੀਦਾ। ਜਿੰਨੀ ਮਹਿੰਗਾਈ ਆ, ਹਰ ਕੰਮ ਬੰਦੇ ਦਾ ਕੋਈ ਨਾ ਕੋਈ 2 ਕੰਮ ਹੋਣੇ ਚਾਹੀਦੇ ਨੇ। ਇੱਕ ਮੰਦਾ ਪਿਆ ਦੂਜਾ ਚੱਲ ਜੇ, ਇੱਕ ਮੰਦਾ ਪਿਆ ਦੂਜਾ ਚੱਲ ਜੇ। ਤੇ ਦੋਸਤੋ ਭਾਈ ਬੱਗੇ ਹੋਣੀ ਨੇ ਆਪਣੇ ਹੱਥ ਵੱਢ ਕੇ ਸਾਨੂੰ ਦੇ ਰਹੇ ਨੇ, ਠੀਕ ਹੈ ਜੀ। ਤੇ ਆਪਣੇ ਜ਼ਾਹਰ ਹੈ ਜੀ ਇਹਨਾਂ ਦੇ ਤਲਕ ਵੀ ਪੁਰਾਣੇ ਤਲਕ ਨੇ ਬ੍ਰੋਕਰਾਂ ਦੇ ਨਾਲ, ਫੇਰੀਵਾਨਾਂ ਦੇ ਨਾਲ, ਤੇ ਉਹ ਇਤਰਾਜ਼ ਤਾਂ ਜ਼ਰੂਰ ਕਰਦੇ ਨੇ, ਲੇਕਿਨ ਕੋਈ ਗੱਲ ਨਹੀਂ, ਫਿਰ ਵੀ ਉਹ ਹਿੰਮਤ ਆ ਇਹਨਾਂ ਦੀ। ਇਸ ਨਾਮ ਸਾਡੇ ਨਾਲ ਟੁਰੇ ਦੇ ਨੇ, ਤੁਹਾਡੇ ਨਾਲ ਟੁਰੇ ਦੇ ਨੇ। ਇਹ ਮਤਲਬ ਕਿ ਆਪਣੇ ਹੱਥ ਵੱਢ ਕੇ ਸਾਨੂੰ ਦੇ ਰਹੇ ਨੇ। ਇਹ ਹੱਥ ਵੱਢਣ ਵਾਲੀ ਗੱਲ ਹੁੰਦੀ ਆ, ਠੀਕ ਹੈ ਦੋਸਤੋ, ਹੱਥ ਵੱਢ ਕੇ ਸਾਨੂੰ ਦੇ ਰਹੇ ਨੇ। ਅੱਲਾ ਇਹਨਾਂ ਦੀ ਤੰਦਰੁਸਤੀ ਦੇਵੇ। ਤੇ ਕਿਸ ਤਰ੍ਹਾਂ ਲੱਗੀ ਜੇ ਵੀਡੀਓ ਅੱਛੀ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਔਰ ਕੱਲ ਅਸੀਂ ਜਨਾਬ ਸਿਲਵਰ 골ਡਨ ਦੇ ਕੇ ਵੀਡੀਓ ਜ਼ਰੂਰ ਬਣਾਵਾਂਗੇ। ਭਾਈ ਸਮੀਉल्ला ਸਾਹਿਬ ਉਹਨਾਂ ਨੇ ਆਪਣਾ ਮਾਲ ਸ਼ੁਰੂ ਕਰਤਾ, 4000 ਚੂਜ਼ੇ ਦਾ ਉਹਨਾਂ ਆਰਡਰ ਦੇ ਦਿੱਤਾ ਦਾ। ਤੇ ਅੱਲਾ ਖੈਰ ਕਰੇ ਤੇ ਜਨਾਬ ਇਸ ਤੇ ਜ਼ਰੂਰ ਗੁਫ਼ਤਗੂ ਹੋਏਗੀ। ਅੱਲਾ ਹਾਫਿਜ਼।